ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਮੈਂ ਹਾਂ ਹਰਮਨ ਥਿੰਦ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬੜਾ ਵਧੀਆ, ਚੜ੍ਹਦੀ ਕਲਾ। ਕੀ ਬਾਤ ਹੈ। ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਬੜੀ ਵਧੀਆ। ਟਾਣਾ ਸਾਹਿਬ ਕੀ ਚੱਕਰ ਕੀ ਹੈ? ਠੀਕ ਆ। ਵਿਚਲੀਆਂ ਗੱਲਾਂ ਕੀ ਨੇ? ਨਹੀਂ, ਵਿਚਲੀਆਂ ਗੱਲਾਂ ਕੋਈ ਵੀ ਨਹੀਂ। ਨਹੀਂ, ਬਹੁਤ ਵਧੀਆ। ਜੇ ਮੈਂ ਕਹਤਾ ਵੀ ਬੜੀ ਵਧੀਆ ਜੀ, ਬਹੁਤ ਵਧੀਆ, ਸਿਰੇ ਦੀ ਗੱਲਬਾਤ ਆ, ਠੀਕ ਆ, ਚੜ੍ਹਦੀ ਕਲਾ, ਇਹਦੇ ਵਿਚਲੀ ਗੱਲ ਕਿਹੜੀ ਹੋ ਸਕਦੀ ਹੈ? ਕੋਈ ਨਾ ਕੋਈ ਕਾਰਨ ਹੋਏਗਾ ਨਾ। ਨਹੀਂ ਕਾਰਨ ਕਾਹਦਾ? ਬਸ ਦੇਖੋ, ਹਰ ਰੋਜ਼ ਵਾਂਗੂ ਰੋਟੀ ਪਾਣੀ ਛਕਿਆ, ਹਰ ਰੋਜ਼ ਦੇ ਵਾਂਗੂ ਪ੍ਰੋਗਰਾਮ ਕਰ ਰਹੇ ਆ, ਹਰ ਰੋਜ਼ ਦੇ ਵਾਂਗੂ ਆਏ ਆ, ਹਰ ਰੋਜ਼ ਦੇ ਵਾਂਗੂ ਜਾਵਾਂਗੇ, ਹਾਲੇ ਤੱਕ ਤੰਦਰੁਸਤ ਆ, ਵਧੀਆ। ਅੱਛਾ ਜੀ, ਮਤਲਬ ਤੁਸੀਂ ਮੁੱਦੇ ਦੀ ਗੱਲ ਤੇ ਨਹੀਂ ਆਉਣਾ। ਕਿਹੜੀ ਤੇ? ਜਿਹੜੀ ਮੈਂ ਪੁੱਛ ਰਹੀ ਹਾਂ ਹਾਂ, ਕਿ ਜੇ ਸਭ ਕੁਝ ਹੀ ਹਰ ਰੋਜ਼ ਦੀ ਤਰ੍ਹਾਂ ਹੈ ਤਾਂ ਫਿਰ ਹਰ ਰੋਜ਼ ਦੀ ਤਰ੍ਹਾਂ ਜਵਾਬ ਦੇਣਾ ਚਾਹੀਦਾ ਸੀ ਨਾ। ਇਹ ਬਹੁਤ ਵਧੀਆ, ਬਾਲੀ ਚੰਗੀ। ਮੈਂ ਕਿਹਾ ਸ਼ਾਇਦ ਕੋਈ ਖਾਸ ਵਜ੍ਹਾ। ਨਹੀਂ ਨਹੀਂ, ਕੋਈ ਖਾਸ ਵਜ੍ਹਾ ਨਹੀਂ ਗਈ। ਅੱਛਾ ਬਸ ਜੀ, ਠੀਕ ਆ, ਹਰ ਰੋਜ਼ ਦੇ ਵਾਂਗ ਹੀ ਆ ਜੀ। ਤੇ ਮੌਸਮ ਜਿਹੜਾ ਉਹ ਬਹੁਤ ਜ਼ਿਆਦਾ ਕਰਵਟਾਂ ਬਦਲਣ ਲੱਗ ਗਿਆ। ਮੌਸਮ ਬਹੁਤ ਜ਼ਿਆਦਾ ਹੁਣ ਆਪਣੇ ਰੰਗ 'ਚ ਦਿਖਾਉਣ ਲੱਗ ਗਿਆ। ਧੁੱਪ ਜਿਹੜੀ ਹੈ ਉਹ ਦਿਨੋਂ ਦਿਨ ਤਿੱਖੀ ਹੁੰਦੀ ਜਾ ਰਹੀ ਹੈ। ਬਿਲकुल जी। हिंदी अखबारों ਦੇ ਵਿੱਚ ਲਿਖਿਆ ਵੀ ਆने वाले 2 ਦਿਨों में बादल आएंगे। ਠੀਕ ਆ। ਤੇ ਮੈਂ ਕਿਹਾ ਵੀ ਨਹੀਂ, ਉਹ ਨਹੀਂ, ਪਰ ਬੱਦਲ ਜਿਹੜੇ ਉਹ ਆਉਣਗੇ। ਤੇ ਅਗਲੀ ਗੱਲ ਇਹ ਹੈਗੀ ਆ ਜੀ ਕਿ ਕਈ ਥਾਵਾਂ ਦੇ ਉੱਤੇ ਉਹ ਕਹਿੰਦੇ ਵੀ ਕਿਣਮਣ ਹੋਣੀ ਸੀ, ਪਰ ਇਹੋ ਜਿਹੀ ਕੋਈ ਸੰਭਾਵਨਾ ਹੈ ਨਹੀਂਗੀ। ਧੁੰਦ ਛਾਈ ਰਹੇਗੀ। ਫੌਗ ਜਿਹਨੂੰ ਕਹਿੰਦੇ ਧੁੰਦ ਕਾ ਕਹਿਰ ਜਾਰੀ ਰਹੇਗਾ ਆने वाले 2 ਦਿਨੋਂ में। ਧੁੰਦ ਕਾ, ਠੀਕ ਆ। ਮੈਂ ਪੰਜਾਬੀ ਧੁੰਦ ਹੀ ਕਰਦਾ ਸੀਗਾ, ਤੁਹਾਨੂੰ पता नहीं लग गया? मैंने पता लग गया। धुंध का कहर छाया रहेगा 2 दिन के लिए। अच्छा जी। और उसके बाद 12 तारीख के बाद मौसम अपनी करवट बदलेगा और कई जगहों पर बदली आएगी, बदली जाएगी। अच्छा, ऐसे भी होता रहेगा। नहीं तो आप पंजाबी च दस लेंदे, इन्ना तंग होने दी तां लोड़ ही कोई नहीं सी। वैसे ही मैं पढ़िया हिंदी अखबार है ना। हाँ, वैसे भी जो तुसी हिंदी बोलते हो ना तो एक आगू वर्गे लगन लग जांदे हो। कोई गल नहीं जी, मैं आगू नहीं बननागा। हाँ, तुसी वैसे भी तुहाडे च गुण नहीं हैगे आगूआं वाले। नहीं, मैं तो बोलदा ਹਿੰਦੀ ਜਾਂ ਹੋਰ ਭਾਸ਼ਾਵਾਂ ਤਾਂ ਕਰਕੇ ਆ ਵੀ ਤੁਹਾਨੂੰ ਇਹ ਲੱਗੇ ਜੀ ਦੇਖੋ ਇਹ ਤਾਂ ਪੰਜਾਬੀ ਠੀਕ ਹੈ ਇਹਦੀ, ਤੇ ਪੰਜਾਬੀ ਠੀਕ ਹੋਣੀ ਚਾਹੀਦੀ। ਆਪਣੀ ਆਪਾਂ ਹੋਰ ਗੱਲਾਂ ਦਾ ਸਤਿਕਾਰ ਕਰਦੇ ਆ, ਭਾਸ਼ਾਵਾਂ ਦਾ ਸਤਿਕਾਰ ਕਰਦੇ ਆ, ਪਰ ਸਾਡੀ ਮਾਂ ਬੋਲੀ ਹੈ ਜਿਹੜੀ ਉਹ ਸਭ ਤੋਂ ਵਧੀਆ ਠੀਕ ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ। ਤੇ ਬਾਕੀ ਟਾਣਾ ਸਾਹਿਬ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰ ਦਿਓ। ਦੇਖੋ ਵੀ ਚੱਜ ਦਾ ਵਿਚਾਰ ਬੜਾ ਸਿੱਧਾ ਤੇ ਸਪਸ਼ਟ ਜਾ ਕਿ ਅਕਸਰ ਜ਼ਿੰਦਗੀ ਦੇ ਵਿੱਚ ਅਸੀਂ ਬਹੁਤੀਆਂ ਗਲਤੀਆਂ ਇੱਕ ਥਾਂ ਦੇ ਉੱਤੇ ਕਰ ਬੈਠਦੇ ਆ। ਜਿੱਥੇ ਅਸੀਂ ਭਾਵੁਕ ਹੋਣਾ ਹੁੰਦਾ ਉੱਥੇ ਅਸੀਂ ਵਿਚਾਰ ਕਰਨ ਲੱਗ ਪੈਂਦੇ ਆ ਵੀ ਨਹੀਂ ਐ ਨਹੀਂ ਹੁੰਦਾਗਾ, ਐ ਹੋਣਾ ਚਾਹੀਦਾ, ਆ ਨਹੀਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਤੇ ਜਿੱਥੇ ਵਿਚਾਰ ਕਰਨਾ ਹੁੰਦਾ ਉੱਥੇ ਭਾਵੁਕ ਹੋ ਜਾਂਦੇ ਆ ਤੇ ਭਾਵੁਕ ਵਾਲੀ ਥਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੇ ਆ। ਇਹ ਸਾਡੀ ਅੰਦਰੂਨੀ ਕਸ਼ਮਕਸ਼, ਸਾਡੀ ਅੰਦਰੂਨੀ ਖਿੱਚੋਤਾਣ, ਸਾਡੀ ਅੰਦਰੂਨੀ ਕੁਰਬਲ ਇਹ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਕੇ ਦਿੰਦੀ ਆ। ਜੀ, ਮਤਲਬ ਕਿ ਸਹੀ ਵੇਲੇ ਤੇ ਸਹੀ ਫੈਸਲਾ ਹਮੇਸ਼ਾ ਇਨਸਾਨ ਨੂੰ ਬਹੁਤ ਕੁਝ ਦੇ ਕੇ ਜਾਂਦਾ ਹੈ, ਪਰ ਇੱਕ ਸਮੇਂ ਤੇ ਗਲਤ ਫੈਸਲਾ ਵੀ ਇਨਸਾਨ ਤੋਂ ਬਹੁਤ ਕੁਝ ਖੋ ਕੇ ਲੈ ਜਾਂਦਾ ਹੈ। ਸੋ ਇਹ ਤੁਹਾਡੇ ਉੱਤੇ ਨਿਰਭਰ ਕਰਦੀ ਗੱਲ ਹੈ ਕਿ ਤੁਸੀਂ ਕਿਹੜੇ ਵੇਲੇ ਦੇ ਵਿੱਚ ਕਿਵੇਂ ਦੇ ਫੈਸਲੇ ਲੈਣੇ ਨੇ। ਬਿਲਕੁਲ ਜੀ। ਤੇ ਇੱਕ ਚੱਜ ਦਾ ਵਿਚਾਰ ਹੋਰ ਹੈ ਕਿ ਸਮਾਂ, ਵਕਤ ਉਹ ਤਕੜੀ ਹੈ ਜਿੱਥੇ ਲੋੜ ਪੈਣ ਦੇ ਉੱਤੇ ਆਪਣਿਆਂ ਦਾ ਭਾਰ ਤੋਂ ਲੈ ਜਾਂਦਾ। ਵੀ ਇਹ ਕਿੰਨੇ ਕੁ ਜੋਗਾ, ਕਿੰਨਾ ਕੁ ਨਾਲ ਖੜਦਾ। ਬਸ ਇਹ ਐਂ ਹੀ ਕਹਿੰਦਾ ਵੀ ਭਾਣਾ ਮੰਨੋ, ਤੇ ਜਾਂ ਫਿਰ ਹੁੰਦਿਆਂ ਸੁਣਦਿਆਂ ਇਹ ਕੁਝ ਨਾ ਕੁਝ ਨਾਲ ਵੀ ਖੜਨ ਦੀ ਗੱਲ ਕਰਦਾ। ਜੇ ਤਾਂ ਹੈ ਨਹੀਂ ਤਾਂ ਵੈਸੇ ਥਾਪੜਾ ਹੀ ਬਹੁਤ ਆ, ਪਰ ਜੇਕਰ ਸਾਰਾ ਕੁਝ ਹੋਵੇ ਤੇ ਬੰਦਾ ਫਿਰ ਵੀ ਕਹੀ ਜਾਵੇ ਗੱਡੀ ਲੈ ਲਈ ਸੀ ਪਿਛਲੇ ਮਹੀਨੇ, ਆਪਾਂ ਚਵਾਰਾ ਪਾ ਲਿਆ ਸੀ ਨਾ, ਆਪਾਂ ਆਹ ਕੰਮ ਕਰ ਲਿਆ ਸੀ, ਜ਼ਮੀਨ ਲੈ ਲਈ ਸੀ। ਅਗਲਾ ਕਹਿੰਦਾ ਵੀ ਮੈਂ ਚੁੱਲ੍ਹੇ 'ਚ ਡਾਉਣੀ ਤੇਰੀ ਚੀਜ਼, ਜੇਕਰ ਅੱਜ ਮੈਨੂੰ ਲੋੜ ਆ ਤੂੰ ਮੇਰੇ ਨਾਲ ਨਹੀਂ ਖੜਦਾ। ਬਿਲਕੁਲ ਸਹੀ ਗੱਲ ਹੈ, ਪਰ ਜੇਕਰ ਕੋਈ ਨਾਲ ਖੜੇ ਤਾਂ ਉਹਦੀ ਕਦਰ ਵੀ ਕਰਨੀ ਚਾਹੀਦੀ ਤੇ ਪੈਸੇ ਮੋੜ ਵੀ ਦੇਣੇ ਚਾਹੀਦੇ ਆ। ਹਾਂ, ਬਿਲਕੁਲ, ਇਹਨਾਂ ਗੱਲਾਂ ਤੇ ਵੀ ਹੋਣਾ ਚਾਹੀਦਾ ਹੈ। ਤੇ ਬਾਕੀ ਟਾਣਾ ਸਾਹਿਬ ਹੁਣ ਮੇਰੇ ਵਾਲੇ ਚੱਜ ਦੇ ਵਿਚਾਰ ਦੇ ਉੱਤੇ ਆਉਣੇ। ਅਸਲ 'ਚ ਮੈਂ ਤਾਂ ਸ਼ੇਰ ਇੱਕ ਪੜ੍ਹ ਕੇ ਆਈ ਹਾਂ ਤੇ ਮੈਂ ਕਿਹਾ ਜੋ ਹੀ ਸੁਣਾ ਦੇਣਾ। ਅੱਛਾ ਜੀ, ਅੱਛਾ ਲੱਗਿਆ ਮੈਨੂੰ। ਆਓ ਫਿਰ ਰਾਹਤ ਇੰਦੌਰੀ ਸਾਹਿਬ ਆਓ। ਨਹੀਂ, ਉਹ ਤਾਂ ਬਹੁਤ ਉੱਚੀ ਸ਼ਖਸੀਅਤ ਸੀ। ਉਹਨਾਂ ਦੀ ਤਾਂ ਕਲਮ ਜਿਹੜੀ ਹੈ ਉਹ ਅੱਜ ਤੱਕ ਜਿਉਂਦੀ ਹੈ ਤੇ ਰਹਿੰਦੀ ਦੁਨੀਆ ਤੱਕ ਜਿਉਂਦੀ ਰਹੇਗੀ। ਉਹ ਤਾਂ ਕਮਾਲ ਦਾ ਲਿਖਦੇ ਸੀ। ਸੋ ਗੱਲ ਇਹ ਹੈ ਵੀ ਮੈਂ ਤਾਂ ਇਹ ਸੋਸ਼ਲ ਮੀਡੀਆ ਦੇ ਉੱਪਰ ਕੁਝ ਕੁ ਸਤਰਾਂ ਪੜ੍ਹੀਆਂ ਤੇ ਮੈਂ ਕਿਹਾ ਕਿਉਂ ਨਾ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਮੁਝਸੇ ਨਫ਼ਰਤ करने वाले अजीब सा हुनर रखते हैं, मुझे देखना भी नहीं चाहते और मुझी पे नजर रखते हैं। वाह जी वाह। मुझसे नफरत करने वाले मुझी पे नजर रखते हैं। ओ नहीं, सारा पुट्ठा सीधा कर गए हो। मुझसे नफरत करने वाले अजीब हुनर रखते हैं, मुझे देखना भी नहीं चाहते और मुझी पे नजर रखते हैं। देखो भी है ਤਾਂ ਗੱਲ ਠੀਕ ਤੁਹਾਡੀ ਵੀ ਜਿਹੜੇ ਬੰਦੇ ਨੂੰ ਅਸੀਂ ਦੇਖਣਾ ਨਹੀਂ ਪਸੰਦ ਕਰਦੇ ਹੁੰਦੇ ਉਹਦੀ ਕੱਲੀ ਗਤੀਵਿਧੀ ਦੇ ਉੱਤੇ ਨਿਗਾਹ ਜ਼ਰੂਰ ਰੱਖਦੇ ਹੁੰਨੇ ਆ ਵੀ ਕੌਣ ਕੀ ਕਰਦਾ ਕੀ ਨਹੀਂ ਕਰਦਾ।
ਉਹਦਾ ਫਾਇਦਾ ਕਿੱਥੇ ਹੋ ਗਿਆ, ਉਹਦਾ ਨੁਕਸਾਨ ਕਿੱਥੇ ਹੋ ਗਿਆ। ਜੇ ਉਹਦਾ ਨੁਕਸਾਨ ਹੋ ਗਿਆ ਹੋਵੇ ਤਾਂ ਐਵੇਂ ਮਨ ਚਿੱਤ ਦੇ ਵਿੱਚ ਕਈ ਲੋਕ ਖੁਸ਼ ਹੋ ਜਾਂਦੇ, ਇਹਦਾ ਐਂ ਹੀ ਹੋਣਾ ਸੀ, ਦੇਖਿਆ ਫਿਰ। ਤੇ ਜੇ ਉਹਦਾ ਫਾਇਦਾ ਹੋ ਜੇ, ਇਹਦਾ ਜੁਗਾੜ ਲੱਗਾ ਜੁਗਾੜ। ਜੀ 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 ਬਿਲਕੁਲ ਸਹੀ। ਤੇ ਜਿਹੜਾ ਤੁਸੀਂ ਚੱਜ ਦਾ ਵਿਚਾਰ ਆਪਣਿਆਂ ਦੇ ਉੱਤੇ ਪੇਸ਼ ਕੀਤਾ ਸੀ ਨਾ, ਉਹਦੇ ਨਾਲ ਜੁੜੀਆਂ ਹੋਈਆਂ ਵੀ 17 ਮੈਨੂੰ ਚੇਤੇ ਆ ਗਈਆਂ। ਕਹਿੰਦੇ ਕਿ ਮੀਲੋਂ ਲੰਬਾ ਸਫ਼ਰ ਤਬ ਤਬਾਹ ਹੋ ਗਿਆ, मीलों लंबा सफर तब तबाह हो गया जब अपनों ने कहा कहो कैसे आए हो। हो मैनू इउं लगन लग गया भी मैं मुंशी प्रेमचंद होरां दी क्लास दे विच आया। शुक्रिया। हाँ दसो गल सी करे। नहीं तो कमाल कीती भाई तुसीं। जदों अपनी ये कह देण ना भी दसो किवें आउणा होया, की काम सी, उदों बंदे दा दिल वैसे ही टुट जांदा है ना, क्योंकि अपणिਆਂ ਨੂੰ ਜ਼ਰੂਰੀ ਨਹੀਂ कि काम दे नाल कल मैं एक सज्जण ਨੂੰ फोन ਕੀਤਾ जी, ਮੈਨੂੰ ਕਹਿੰਦਾ ਦੱਸੋ ਹੁਕਮ ਕੀ ਕੰਮ ਸੀ। ਮੈਂ ਕਿਹਾ ਬਿਨਾ ਕੰਮ ਤੋਂ ਵੀ ਫੋਨ ਕਰ ਲਈਦਾ। वाह क्या बात है। ਪੈਂਦੀ ਸੱਟੀ। ਆਹਾ ਮੈਂ ਕਿਹਾ ਵੀ ਬਿਨਾ ਕੰਮ ਤੋਂ ਵੀ ਫੋਨ ਕਰਿਆ ਕਰਕੇ ਸਾਰਿਆਂ ਨੂੰ। ਹਾਂ ਕੰਮ ਵੇਲੇ ਤਾਂ ਕਰਦੇ ਹੀ ਆ। ਜੀ ਅੱਜ ਕੱਲ ਤਾਂ ਇਹ ਗੱਲ ਬਣ ਗਈ ਵੀ ਨੋ ਨਿਊਜ਼ ਇਜ਼ ਆਲਵੇਜ਼ ਗੁੱਡ ਨਿਊਜ਼। ਆਹਾ ਹਾਂ ਵੀ ਮਤਲਬ ਜੇਕਰ ਉਧਰੋਂ ਕੋਈ ਨਹੀਂ ਫੋਨ ਆਇਆ, ਜੇਕਰ ਕੋਈ ਜਾਣਕਾਰੀ ਸੂਚਨਾ ਨਹੀਂ ਆਈ ਤਾਂ ਮਤਲਬ ਸਾਰਾ ਕੁਝ ਠੀਕ ਆ। ਤੇ ਜਦੋਂ ਫੋਨ ਆਊਗਾ ਤੇ ਔਖੇ ਵੇਲੇ ਦੇ ਵਿੱਚ ਹੀ ਆਊਗਾ। ਉਦਾਂ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਿਆ ਕਰਗੇ, ਕਦੇ 2 ਮਿੰਟ ਕੱਢ ਲਿਆ ਕਰੀਏ। ਇੱਕ ਵਾਰ ਫਿਰ ਤੋਂ ਅੰਗਰੇਜ਼ੀ ਵਾਲੀ 70 ਯਾ ਨੋ ਨਿਊਜ਼ ਇਜ਼ ਆਲਵੇਜ਼ ਗੁੱਡ ਨਿਊਜ਼। ਕੀ ਬਾਤ ਹੈ, ਛਾ ਗਏ। ਮਾਰੋ 9 ਬੈਂਡਾ 9 ਸੱਦੇ। ਜੱਜ ਦਾ ਵਿਚਾਰ। ਹਰਮਨ ਜੀ, ਅੱਤਵਾਦੀ ਆ ਜਿਹੜੇ ਵੈਸੇ ਹੌਲੀ ਬੋਲੋ, ਹਾਂ ਪਹੁੰਚ ਚੁੱਕੇ ਟਿਕਾਣੇ ਦੇ ਉੱਤੇ ਪਹੁੰਚ ਗਏ ਆ। ਨਹੀਂ ਹੌਲੀ ਤਾਂ ਤੁਸੀਂ ਬੋਲੋ, ਮੈਂ ਤਾਂ ਬੋਲੀ ਨਹੀਂ ਕੁਝ। ਅੱਛਾ ਮੈਂ ਬੋਲਾਂ? ਅੱਤਵਾਦੀ ਟਿਕਾਣੇ ਦੇ ਉੱਤੇ ਪਹੁੰਚ ਗਏ ਆ। ਹੌਲੀ ਬੋਲੋ, ਅੱਗੇ ਗੱਲ ਨਹੀਂ ਕਰਨੀ। ਹਾਂ ਹਥਿਆਰਾਂ ਦੇ ਨਾਲ ਲੈਸ ਆ। ਅੱਛਾ ਉਹ ਕਹਿੰਦੇ ਵੀ ਅਸੀਂ ਨਾ ਹੁਣ ਉਹ ਕੁਝ ਕਰਕੇ ਜਾਵਾਂਗੇ ਜਿਹੜਾ ਕੁਝ ਤੁਸੀਂ ਸਾਡੇ ਬਾਰੇ ਜਾਣਦੇ ਹੋ। ਉਹ ਕਹਿੰਦੇ ਵੀ ਅਸੀਂ ਉਹ ਦਹਿਸ਼ਤ ਫੈਲਾਵਾਂਗੇ ਜਿਹੜੀ ਤੁਸੀਂ ਸਾਡੇ ਬਾਰੇ ਜਾਣਦੇ ਹੋ। ਉਹ ਕਹਿੰਦੇ ਵੀ ਅਸੀਂ ਉਹ ਕੁਝ ਕਰ ਦਿਖਾਉਣਾ ਜਿਹੜਾ ਕੁਝ ਅਸੀਂ ਪਹਿਲਾਂ ਵੀ ਬਹੁਤ ਵਾਰ ਕੀਤਾ, ਤੇ ਉਹ ਕੁਝ ਕਰਨ ਦੇ ਕਰਕੇ ਤੇ ਸਾਡੇ ਉੱਤੇ ਜਿਹੜਾ ਲੱਗਾ ਠੱਪਾ ਕਿ ਇਹ ਤਾਂ ਅੱਤਵਾਦੀ ਹਨ ਤੇ ਹੁਣ ਅਸੀਂ ਅੱਤਵਾਦ ਪੈਦਾ ਕਰਕੇ ਦਿਖਾਵਾਂਗੇ, ਉਵੇਂ ਹੀ ਕਰਾਂਗੇ ਜਿਵੇਂ ਪਹਿਲਾਂ ਕਰਦੇ ਰਹੇ ਹਾਂ। ਰਾਣਾ ਸਾਹਿਬ ਕਿਉਂ ਡਰਾ ਰਹੇ ਹੋ? ਕਿਉਂ ਅੱਤਵਾਦੀ ਕਹੀ ਜਾਂਦੇ ਹੋ? ਹਾਂ ਜਿਹੜੀ ਮੁੱਦੇ ਦੀ ਗੱਲ ਆ ਉਹਦੇ ਤੇ ਆਓ। ਤੇ ਮੈਂ ਤਾਂ ਗੱਲ ਆਪਣੇ ਵੱਲੋਂ ਸਹੀ ਕਰ ਰਿਹਾ ਵੀ ਖਾਲਸਾ ਏਡ ਦੇ ਵਲੰਟੀਅਰ ਆ ਜਿਹੜੇ ਉਹ ਉੱਤਰਾਖੰਡ ਦੇ ਵਿੱਚ ਪਹੁੰਚ ਗਏ ਆ। ਅੱਛਾ ਜੀ। ਉਹ ਕਹਿੰਦੇ ਵੀ ਅਸੀਂ ਅੱਤਵਾਦ ਹੀ ਪੈਦਾ ਕੀਤਾ, ਅੱਜ ਤੱਕ ਲੰਗਰ ਲਾ ਕੇ ਅਸੀਂ ਲੰਗਰ ਹੀ ਫੇਰ ਲਾਉਣਾ ਆ। ਉਹ ਕਹਿੰਦੇ ਵੀ ਸਾਡੇ ਕੋਲੇ ਬੜੇ ਖਤਰਨਾਕ ਹਥਿਆਰ ਆ, ਸਾਡੇ ਕੋਲੇ ਕੜਾਏ, ਸਾਡੇ ਕੋਲੇ ਖੁਰਚਣੇ, ਸਾਡੇ ਕੋਲੇ ਚਮਚੇ, ਸਾਡੇ ਕੋਲੇ ਕੜਛੀਆਂ, ਪਲੇਟਾਂ, ਕੌਲੀਆਂ, ਸਾਰਾ ਕੁਝ ਹੈਗਾ। ਬਚ ਕੇ ਰਹਿਣਾ, ਤੁਹਾਡੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਜਾਣਾ। ਬਹੁਤ ਖਤਰਨਾਕ ਨੇ। ਉਹ ਕਹਿੰਦੇ ਵੀ ਅਸੀਂ ਐਂ ਦਹਿਸ਼ਤ ਪੈਦਾ ਕਰਦੇ ਹੁੰਨੇ ਆ। ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਦਵਾਈਆਂ ਦਾ ਬਰੂਦ ਲੈ ਕੇ ਆਏ ਆ, ਜਿਹੜੇ ਇੱਥੇ ਲੋੜਵੰਦ ਆ, ਜਿਨ੍ਹਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਨੇ ਘੇਰਿਆ ਕਿਉਂਕਿ ਗਲੇਸ਼ੀਅਰ ਪਿਘਲ ਗਿਆ। ਇਸ ਕਰਕੇ ਅਸੀਂ ਉਹਨਾਂ ਦੀ ਮਦਦ ਕਰਨ ਵਾਸਤੇ ਆਏ ਆ। ਅਸੀਂ ਐਂ ਦਹਿਸ਼ਤ ਪੈਦਾ ਕਰਾਂਗੇ। ਨਹੀਂ ਤੇ ਹੁਣ ਨੈਸ਼ਨਲ ਮੀਡੀਆ ਸੌਂ ਗਿਆ? ਨਹੀਂ ਹੁਣ ਤਾਂ ਸੌਂ ਗਿਆ, ਉਹ ਤਾਂ ਕੋਮਾ 'ਚ ਚਲੇ ਗਏ ਨਾ। ਜਦੋਂ ਸਿੰਘੂ ਤੇ ਟਿਕਰੀ ਦੇ ਉੱਤੇ ਉਹਨਾਂ ਨੇ ਉੱਥੇ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਲਾਈਆਂ, ਉਦੋਂ ਤਾਂ ਪੈ ਗਈ ਇਹਨਾਂ ਨੂੰ ਬਿਮਾਰੀ। ਇਹਨਾਂ ਦੀ ਜੀਭ ਨੂੰ ਪਤਾ ਨਹੀਂ ਕੀ ਹੋ ਗਿਆ ਸੀ, ਕਰੀ ਜਾਂਦੇ ਸੀ ਉਦੋਂ, ਤੇ ਹੁਣ ਨਹੀਂ ਬੋਲਦੇਗੇ। ਉਹੀ ਮੈਂ ਕਹਿੰਦੀ ਆ ਵੀ ਹੁਣ ਤਾਂ ਉੱਤਰਾਖੰਡ ਦੇ ਵਿੱਚ ਗਏ ਨੇ। ਅਸਲ ਦੇ ਵਿੱਚ ਗੱਲ ਇਹ ਆ ਨਾ, ਉੱਥੇ ਹੁਣ ਇਹ ਨਹੀਂ ਕਹਿ ਸਕਦੇ ਵੀ ਖਾਲਿਸਤਾਨੀ, ਵੱਖਵਾਦੀ, ਮਾਓਵਾਦੀ, ਅੱਤਵਾਦੀ। ਉੱਥੇ ਟੈਗ ਨਹੀਂ ਵੰਡੇ ਜਾਣੇ, ਉੱਥੇ ਸਰਟੀਫਿਕੇਟ ਨਹੀਂ ਜਾਰੀ ਕਰ ਹੋਣੇ। ਉੱਥੇ ਹੁਣ ਇਹਨਾਂ ਨੂੰ ਮਜਬੂਰੀ ਬਸ ਜਿਹੜਾ ਚੰਗਾ ਪੱਖ ਉਹੀ ਦਿਖਾਉਣਾ ਪਊਗਾ। ਜੇ ਤਾਂ ਕਿਤੇ ਦੇਸ਼ ਨੂੰ ਸੰਕਟ ਪੈਦਾ ਹੋਵੇ ਤੇ ਨਾਲ ਖੜਗੇ ਤਾਂ ਕਹਿਣਗੇ ਇਹ ਦੇਸ਼ ਭਗਤ ਆ, ਇਹ ਕੁਰਬਾਨੀਆਂ ਦੇਣ ਵਾਲਿਆਂ ਦੀ ਜਮਾਤ ਆ। ਤੇ ਜੇਕਰ ਹੱਕ ਮੰਗੇ ਤਾਂ ਕਹਿਣਗੇ ਜੀ ਇਹ ਤਾਂ ਅੱਤਵਾਦੀ ਆ, ਇਹ ਤਾਂ ਜੀ ਦਹਿਸ਼ਤਗਰਦ ਆ, ਇਹ ਤਾਂ ਜੀ ਫਲਾਣੇ ਆ, ਇਹ ਤਾਂ ਜੀ ਫੰਡਿੰਗ ਨਾਲ ਚੱਲਦੇ ਆ। ਸੋ ਇਸ ਕਰਕੇ ਗੋਦੀ ਮੀਡੀਆ ਨੂੰ ਬੇਨਤੀ ਆ ਕਿ ਅੱਤਵਾਦੀ ਸ਼ਬਦ ਦੀ ਪਰਿਭਾਸ਼ਾ ਬਦਲੋ ਜੀ। ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਜਿਹੜਾ ਸਾਨੂੰ ਸਿੱਖਿਆ ਦਿੱਤੀ ਗਈ, ਜੋ ਫਲਸਫਾ ਦਿੱਤਾ ਗਿਆ, ਉਹਦੇ ਮੁਤਾਬਕ ਭਾਵੇਂ ਖਾਲਸਾ ਏਡ ਆ, ਭਾਵੇਂ ਕੋਈ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੰਗਤ ਆ ਜਿਹੜੀ ਜਾਂ ਸੰਸਥਾ ਜਿਹੜੀ ਉਹ ਲਾਉਂਦੀ ਆ ਲੰਗਰ, ਤੇ ਉਹਨੂੰ ਤੁਸੀਂ ਮਾੜੀ ਅੱਖ ਨਾਲ ਨਾ ਦੇਖੋ। ਤੇ ਜੇਕਰ ਤੁਹਾਨੂੰ ਇਹ ਲੱਗਦਾ ਵੀ ਭਾਈ ਇਹ ਤਾਂ ਅੱਤਵਾਦੀ ਲੰਗਰ ਲਾਉਂਦੇ ਆ ਤਾਂ ਚਲੋ ਜੀ ਫਿਰ ਤੁਸੀਂ ਪੁੰਨ ਦਾ ਕੰਮ ਕਰੋ। ਤੁਸੀਂ ਇੱਥੇ ਸਟੂਡੀਓ 'ਚ ਬੈਠੇ ਜਬਲੀਆਂ ਕਿਹੜੀ ਗੱਲੋਂ ਮਾਰੀ ਜਾਂਦੇ ਆ? ਸਹੀ ਗੱਲ ਹੈ। ਤੇ ਨਾਲੇ ਜੇਕਰ ਤੁਹਾਨੂੰ ਲੱਗਦਾ ਹੀ ਹੈ ਵੀ ਇਹ ਅੱਤਵਾਦ ਫੈਲਾਉਂਦੇ ਨੇ, ਤਾਂ ਹੁਣ ਉੱਥੇ ਵੇਖੋ ਕਿੰਨਾ ਮਾੜਾ ਹਾਲ ਹੈ ਉੱਤਰਾਖੰਡ ਦੇ ਵਿੱਚ। ਉੱਥੇ ਜਾਓ ਮਗਰ ਤੇ ਜਾ ਕੇ ਵੇਖੋ ਇਹ ਕੀ ਕਰਦੇ ਨੇ। ਰੰਗੇ ਹੱਥੀ ਫੜ ਲਓ, ਰੰਗੇ ਹੱਥੀ। ਜਦੋਂ ਕੜਛੀ ਦੇ ਨਾਲ ਕਿਸੇ ਦੀ ਕੌਲੀ 'ਚ ਕੁਛ ਪਾਉਣ ਨਾ, ਉੱਤੋਂ ਫੋਟੋ ਦੇ ਦਿਓ। ਬਿਲਕੁਲ ਸਹੀ। ਤੁਸੀਂ ਕਹੋ ਆਹ ਦੇਖੋ ਜੀ ਇਹ ਅੱਤਵਾਦ ਫੈਲਾਇਆ ਇਹਨਾਂ ਨੇ। ਨਾਲੇ ਤੁਹਾਡੀ TRP ਵਧੂਗੀ, ਤੁਸੀਂ ਰੰਗੇ ਹੱਥੀ ਫੜੋਗੇ ਬੰਦਾ, ਤੇ ਨਾਲੇ ਜਿਹੜੀ ਵੀ ਅੱਜ ਤਾਈਂ ਤੁਸੀਂ ਮਤਲਬ ਇੱਜ਼ਤ ਖੱਟੀ ਹੈ ਉਹਦੇ 'ਚ ਹੋਰ ਜ਼ਿਆਦਾ ਵਾਧਾ ਹੋਏਗਾ। ਲੋਕ ਤੁਹਾਡੀ ਹੋਰ ਜ਼ਿਆਦਾ ਚਰਚਾ ਕਰਨਗੇ ਵੀ ਵੇਖੋ ਜੀ ਵਾਕਈ ਕੰਮ ਕਰ ਰਹੇ ਨੇ। ਕਹਿੰਦੇ ਵੀ ਚਮੋਲੀ ਖੇਤਰ ਦੇ ਲੋਕ ਕਹਿਣ ਲੱਗ ਪਏ ਓਏ ਆ ਗਏ, ਓਏ ਅੱਤਵਾਦੀ ਆ ਗਏ, ਓਏ ਆ ਗਏ, ਓਏ ਆ ਗਏ, ਓਏ ਕਮਾਲ ਹੋ ਗਈ, ਓਏ ਅੱਤਵਾਦੀ ਆ ਗਏ, ਓਏ ਚਲੋ ਬਹੁਤ ਵਧੀਆ ਹੋਇਆ।
ਉਹ ਤਾਂ ਇਹ ਗੱਲ ਕਹਿੰਦੇ ਆ ਤੇ ਜਿਨ੍ਹਾਂ ਦੇ ਫੋੜਾ ਨਿਕਲਦਾ, ਜਿਨ੍ਹਾਂ ਦੇ ਧੱਫੜ ਪੈਂਦੇ ਆ, ਉਹ ਐਵੇਂ ਟੱਪੀ ਜਾਂਦੇ ਆ। ਪਰ ਬੇਨਤੀ ਇਹ ਆ ਵੀ ਪੱਤਰਕਾਰ ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾਉਣ ਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਤੇ ਉਹ ਨਿਰਪੱਖ ਤਰੀਕੇ ਦੇ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਕਰਨ। ਤੇ ਸਾਡੀਆਂ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਉਹ ਇਦਾਂ ਦੀਆਂ ਗੱਲਾਂ ਬਿਲਕੁਲ ਨਾ ਕਰਨ। ਇੱਥੇ ਹੱਕ ਮੰਗਣ ਵਾਲੇ ਜਿਹੜੇ ਕਿ ਸ਼ਾਂਤਮਈ ਤਰੀਕੇ ਨਾਲ ਬੈਠੇ ਆ, ਉਹਨਾਂ ਦੇ ਪ੍ਰਤੀ ਵੀ ਚੰਗੀ ਤਰੀਕੇ ਦੀ ਸੋਚ ਰੱਖਣ ਤੇ ਜਿਹੜੇ ਲੋਕ ਸੇਵਾ ਭਾਵਨਾ ਦੇ ਵਿੱਚ ਡਟੇ ਹੋਏ ਆ ਤੇ ਉਹਨਾਂ ਨੂੰ ਵੀ ਮਾੜੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ। ਬਿਲਕੁਲ ਸਹੀ। ਹਰਮਨ ਜੀ 117 ਦੀਆਂ 117 ਸੀਟਾਂ ਜਿੱਤਾਂਗੇ, ਸਰਕਾਰ ਬਣਾਵਾਂਗੇ 2022 ਦੇ ਵਿੱਚ। ਆਪਾਂ ਵੋਟਾਂ 'ਚ ਖੜ ਰਹੇ ਹਾਂ। ਮੈਂ ਨਹੀਂ ਖੜਦਾ। ਅੱਛਾ। ਬੀਜੇਪੀ ਦੇ ਸਮੇਂ ਦੇ ਉੱਤੇ ਵੱਖ-ਵੱਖ ਆਗੂਆਂ ਨੇ ਇਹ ਗੱਲ ਕਹੀ ਆ ਜੀ। ਉਹ ਕਹਿੰਦੇ ਪੰਜਾਬ ਦੇ ਵਿੱਚ ਸਾਡੀ ਤੂਤੀ ਬੋਲਦੀ ਸੀ, ਬੋਲਦੀ ਹੈ ਤੇ ਬੋਲਦੀ ਰਹਿਣੀ ਆ। ਉਹ ਕਹਿੰਦੇ ਵੀ ਅਸੀਂ ਤਾਂ ਬਸ ਕਮਾਲ ਕਰ ਦਿਆਂਗੇ, ਸਾਨੂੰ ਪਤਾ ਵੀ ਪੰਜਾਬ ਦੇ ਮਸਲੇ ਕਿਹੜੇ-ਕਿਹੜੇ ਆ, ਅਸੀਂ ਸਰਕਾਰ ਬਣਾ ਕੇ ਦਿਖਾਵਾਂਗੇ। ਨਹੀਂ ਜੀ, ਸਦਕੇ ਬਣਾਉਣ, ਸਾਨੂੰ ਕਿਸੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ, ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਸਮੱਸਿਆ ਨਹੀਂ ਹੈ। ਜਿਹੜੀ ਵੀ ਪਾਰਟੀ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇ, ਜਿਹੜੀ ਵੀ ਪਾਰਟੀ ਪੰਜਾਬ ਦੇ ਲਈ ਕੰਮ ਕਰੇ, ਉਹ ਪਾਰਟੀ ਜੀ ਸਦਕੇ ਸਰਕਾਰ ਬਣਾਏ, ਪਰ ਉਹਦੇ ਲਈ ਲੋਕਾਂ ਦੇ ਲਈ ਕੰਮ ਕਰਨਾ ਪਊਗਾ। ਉਹਨੇ ਕੰਮ ਕੀਤਾ ਸੀ ਜੀ, ਉਹ ਕਹਿੰਦੇ ਬਹੁਤ ਸਾਰਾ ਕੰਮ ਕੀਤਾ, ਉਹਨੇ ਵੀ ਥੋੜਾ ਕੰਮ ਕੀਤਾ ਸੀ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਵੀ ਅੱਤਵਾਦੀ ਬੈਠੇ ਆ, ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਸਾਰੇ ਲੋਕ ਗੁੰਮਰਾਹ ਕੀਤੇ ਗਏ ਆ। ਅਸੀਂ ਤਾਂ ਉਹ ਕਹਿੰਦੇ ਵਾਰ-ਵਾਰ ਕਹਿੰਦੇ ਆ ਵੀ ਇਹ ਜਿਹੜੇ ਪੰਜਾਬ ਦੇ ਕਿਸਾਨ ਆ ਜਿਹੜੇ ਕਿ ਉੱਥੇ ਗਏ ਆ ਦਿੱਲੀ ਦੇ ਵਿੱਚ, ਇਹਦੇ ਵਿੱਚ ਕਾਂਗਰਸ ਨੇ ਆਪਣੇ ਬੰਦੇ ਵਾੜੇ ਹੋਏ ਆ। ਹੁਣ ਤਾਂ ਖੱਟੜ ਸਾਹਿਬ ਦਾ ਇੱਕ ਨਵਾਂ ਬਿਆਨ ਆਇਆ ਅੱਜ, ਉਹ ਕਹਿੰਦੇ ਵੀ ਹਰਿਆਣੇ ਦੇ ਕਿਸਾਨਾਂ ਨੂੰ ਵੀ ਚੜੂਨੀ ਤੇ ਟਕੈਤ ਨੇ ਗੁੰਮਰਾਹ ਕਰ ਲਿਆ। ਅੱਛਾ। ਹਾਂਜੀ, ਤੇ ਹੁਣ ਇਹਨਾਂ ਗੱਲਾਂ ਤੋਂ ਬਾਅਦ ਤਾਂ ਫਿਰ ਸਰਕਾਰ ਬਣਨੀ ਚਾਹੀਦੀ ਹੈ ਨਾ। ਬਿਲਕੁਲ ਬਣਨੀ ਚਾਹੀਦੀ ਹੈ। ਕਮਾਲ ਦੀਆਂ ਗੱਲਾਂ ਹੋ ਰਹੀਆਂ। ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਜਿਹੜੀਆਂ ਵੈਸੇ ਹਵਾਈ ਗੱਲਾਂ ਹੋਣ, ਉਹਨਾਂ ਦੇ ਵਿੱਚ ਫਰਕ ਹੁੰਦਾ ਹੈ। ਜ਼ਮੀਨੀ ਹਕੀਕਤ ਕੁਝ ਹੋਰ ਹੀ ਇਸ ਵੇਲੇ ਬਿਆਨ ਕਰ ਰਹੀ ਹੈ, ਔਰ ਜੋ ਜ਼ਮੀਨੀ ਹਕੀਕਤ ਬਿਆਨ ਕਰ ਰਹੀ ਹੈ, ਮੈਨੂੰ ਲੱਗਦਾ ਕਿ ਉਹਨੂੰ ਵੇਖ ਕੇ ਜ਼ਰੂਰ ਕੋਈ ਨਾ ਕੋਈ ਫੈਸਲਾ ਜਿਹੜਾ ਲੈਣਾ ਚਾਹੀਦਾ। 14 ਤਰੀਕ ਨੂੰ ਪੰਜਾਬ ਦੇ ਵਿੱਚ ਕੌਂਸਲ ਚੋਣਾਂ ਹੋਣੀਆਂ ਤੇ ਮੈਂ ਸਵੇਰ ਦੇ ਵੇਲੇ ਸੱਚੀ ਮੁੱਚੀ ਬਾਹਲਾ ਹੈਰਾਨ ਹੋਇਆ। ਮੇਰੀ ਤਾਂ ਹੈਰਾਨੀ ਦੀ ਹੱਦ ਕੋਈ ਨਹੀਂ ਰਹੀ। ਇੱਕ ਸਿਆਸੀ ਪਾਰਟੀ ਦੀ ਉਮੀਦਵਾਰ ਆ, ਅਸੀਂ ਤਾਂ ਭੈਣ ਹੀ ਕਵਾਂਗੇ, ਸਤਿਕਾਰ ਦਿੰਦੇ ਆ, ਮਾਤਾਵਾਂ ਵਰਗੀ ਭੈਣਾਂ ਵਰਗੀ ਕਵਾਂਗੇ, ਉਹਨੇ ਨਾ ਪੋਸਟਰ ਐ ਬਣਾਇਆ ਵੀ ਵੋਟਾਂ ਮੰਗਣ ਦੇ ਲਈ, ਨਾਲ ਉਹਦੇ ਪਤੀ ਦੇਵ ਦੀ ਫੋਟੋ ਲੱਗੀ ਆ, ਉੱਤੇ ਲਿਖਿਆ ਹੋਇਆ ਨੌਜਵਾਨ ਦਿਲਾਂ ਦੀ ਧੜਕਣ। ਹਾਂਜੀ ਹਾਂਜੀ, ਚਲੋ ਖੈਰ, ਆਪਾਂ ਜਿਹੜੀ ਗੱਲ ਕਰ ਰਹੇ ਸੀ ਆਪਾਂ ਉਹਦੇ ਤੇ ਆਉਂਦੇ ਆ। ਟਾਣਾ ਸਾਹਿਬ ਇਸ ਵੇਲੇ ਜ਼ਮੀਨੀ ਹਕੀਕਤ ਬਹੁਤ ਕੁਝ ਬਿਆਨ ਕਰ ਰਹੀ ਹੈ ਤੇ ਉਸ ਜ਼ਮੀਨੀ ਹਕੀਕਤ ਨੂੰ ਵੇਖ ਕੇ ਜੇਕਰ ਵੇਲੇ ਸਿਰ ਫੈਸਲਾ ਨਾ ਲਿਆ ਗਿਆ, ਜਿਵੇਂ ਤੁਸੀਂ ਚਾਹੀਦਾ ਵਿਚਾਰ ਪੇਸ਼ ਕੀਤਾ ਸੀ ਨਾ ਕਿ ਜਿੱਥੇ ਤਰਕ ਦੀ ਲੋੜ ਹੈ ਉੱਥੇ ਅਸੀਂ ਭਾਵਕ ਹੋ ਜਾਂਦੇ ਆ, ਤੇ ਜਿੱਥੇ ਭਾਵਕਤਾ ਦੀ ਲੋੜ ਹੁੰਦੀ ਉੱਥੇ ਸਾਡੇ ਤਰਕ ਆ ਜਾਂਦੇ ਨੇ। ਇਹ ਗੱਲਾਂ ਮੈਨੂੰ ਲੱਗਦਾ ਹਰੇਕ ਨੂੰ ਸਿੱਖਣ ਦੀ ਲੋੜ ਹੈ, ਕਿਉਂਕਿ ਇਸ ਵੇਲੇ ਜੋ ਜ਼ਮੀਨੀ ਹਕੀਕਤ ਆ ਉਹ ਇਹ ਕਹਿੰਦੀ ਹੈ ਵੀ ਚੋਣਾਂ ਦੇ ਵਿੱਚ ਜਿਹੜੀਆਂ ਹੋਣੀਆਂ ਨੇ 14 ਤਰੀਕ ਨੂੰ, ਉਹਦੇ ਲਈ ਤਕਰੀਬਨ 2215 ਸੀਟਾਂ ਨੇ ਜੀ, ਵਾਰਡ ਨੇ ਕੁੱਲ। ਜੀ 2215 ਵਾਰਡ ਨੇ ਕੁੱਲ, ਔਰ ਉਹਦੇ ਵਿੱਚੋਂ 1212 ਵਾਰਡਸ 'ਚ ਕੋਈ ਵੀ ਉਮੀਦਵਾਰ ਭਾਜਪਾ ਦਾ ਨਹੀਂ ਖੜਾ ਕੀਤਾ ਗਿਆ, ਕਿਉਂਕਿ ਉਹਨਾਂ ਨੂੰ ਉਮੀਦਵਾਰ ਲੱਭੇ ਨਹੀਂ, ਜਾਂ ਕੋਈ ਹੋਰ ਕਾਰਨ ਜੇਕਰ ਹੈਗਾ ਤਾਂ ਉਹ ਨੇਤਾ ਦੱਸ ਸਕਦੇ ਆ ਜੀ। ਔਰ ਕਾਂਗਰਸ ਨੇ ਇਹਦੇ ਵਿੱਚ 2037, ਉਸ ਤੋਂ ਇਲਾਵਾ ਅਕਾਲੀਆਂ ਨੇ 1569, ਬੀਜੇਪੀ ਦੇ 1003 ਸਿਰਫ ਉਮੀਦਵਾਰ ਖੜੇ ਨੇ ਇਹਦੇ ਵਿੱਚ। ਔਰ ਕਈਆਂ ਨੇ ਤਾਂ ਪਾਰਟੀ ਦੇ ਜਿਹੜੇ ਕਿ ਬੀਜੇਪੀ ਦੇ ਬੰਦੇ ਨੇ, ਉਹਨਾਂ ਨੇ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਪਰ ਚੋਣ ਲੜਨ ਤੋਂ ਨਾ ਕਰ ਦਿੱਤੀ। ਵੱਡੀ ਗੱਲ ਇਹ ਆ ਵੀ ਕਿ ਜਿਹੜੀਆਂ ਇਹ ਕੌਂਸਲ ਚੋਣਾਂ ਹੋ ਰਹੀਆਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ ਇਹੋ ਜਿਹੇ ਜਿਨ੍ਹਾਂ ਨੇ ਇਸ ਗੱਲ ਦੀ ਮੰਗ ਕੀਤੀ ਕਿ ਸਾਨੂੰ ਚੋਣ ਨਿਸ਼ਾਨ ਆ ਨਾ ਜਿਹੜਾ, ਉਹ ਟਰੈਕਟਰ ਦੇ ਉੱਤੇ ਬੈਠਾ ਹੋਇਆ ਕਿਸਾਨ ਦੇ ਦਿਓ। ਉਹ ਕਹਿੰਦੇ ਵੀ ਏਦਾਂ ਸਾਨੂੰ ਹੁਲਾਰਾ ਵੱਧ ਮਿਲ ਸਕਦਾ। ਤੇ ਮੈਂ ਅੱਜ ਇੱਕ ਹੋਰ ਵੀਡੀਓ ਦੇਖੀ, ਉਹਦੇ ਵਿੱਚ ਇੱਕ ਉਮੀਦਵਾਰ ਔਰਤ ਆ, ਉਹ ਕਿਸੇ ਦੇ ਘਰ ਦੇ ਵਿੱਚ ਜਾਂਦੀ ਆ ਆਪਣੇ ਸਾਥੀਆਂ ਦੇ ਨਾਲ, ਸਮਰਥਕਾਂ ਦੇ ਨਾਲ ਵੋਟ ਮੰਗਣ ਦੇ ਲਈ, ਤੇ ਬੰਦਾ ਅੱਗੋਂ ਬੂਹਾ ਖੋਲਦਾ। ਉਹ ਕਹਿੰਦੇ ਜੀ, ਇੱਕ ਜਣਾ ਕਹਿੰਦਾ ਜੀ ਕਿ ਇਹਨਾਂ ਨੂੰ ਵੋਟਾਂ ਜ਼ਰੂਰ ਪਾਇਓ ਤੇ ਇਹ ਜੀ ਫਲਾਣੀ ਪਾਰਟੀ ਦੇ ਵੱਲੋਂ ਖੜੇ ਆ ਤੇ ਇਹਨਾਂ ਨੂੰ ਜ਼ਰੂਰ ਤੁਸੀਂ ਸਮਰਥਨ ਦੇਣਾ ਤੇ ਇਹਨਾਂ ਦਾ ਵਿਕਾਸ ਤੇ ਤੁਹਾਡਾ ਆਪਣਾ ਸਾਰਿਆਂ ਦਾ ਵਿਕਾਸ ਹੋਊਗਾ। ਉਹ ਬੰਦਾ ਕਹਿੰਦਾ ਵੀ ਤੁਸੀਂ ਫਲਾਣੀ ਪਾਰਟੀ ਤੋਂ ਆ? ਉਹ ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਈ? ਤੁਸੀਂ ਖੜੇ ਹੀ ਕਿਉਂ? ਤੁਸੀਂ ਤਾਂ ਕਮਾਲ ਕਰੀ ਜਾਂਦੇ ਹੋ, ਤੁਸੀਂ ਤਾਂ ਕਿਸਾਨੀ ਮਸਲੇ ਦੇ ਬਾਰੇ ਜਾਣਦੇ ਹੀ ਨਹੀਂ, ਤੁਹਾਨੂੰ ਚਾਹੀਦਾ ਨਹੀਂ ਸੀ ਖੜੇ ਹੋਣਾ। ਉਹ ਕਹਿੰਦੇ ਜੀ ਨਹੀਂ, ਸਾਰਾ ਕੁਝ ਠੀਕ ਹੋ ਜਾਊਗਾ। ਉਹ ਕਹਿੰਦੇ ਜਦੋਂ ਠੀਕ ਹੋ ਗਿਆ ਫਿਰ ਆਪਾਂ ਉਦੋਂ ਗੱਲ ਕਰਾਂਗੇ, ਹੁਣ ਜਾਓ। ਓਹੋ, ਮਤਲਬ ਇਹ ਆ ਵੀ ਇਸ ਵਕਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ, ਆਮ ਲੋਕਾਂ ਦੇ ਵੋਟਰਾਂ ਨੇ ਇਹੋ ਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਉਂ ਦੁਰਕਾਰੇ ਜਾ ਰਹੇ ਆ। ਇਸ ਕਰਕੇ ਅਸੀਂ ਕਿਸੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਨਹੀਂ, ਕਿਸੇ ਦੇ ਖਿਲਾਫ ਨਹੀਂ। ਬੇਨਤੀ ਇਹ ਆ ਕਿ ਲੋਕ ਥੋੜੇ ਜਾਗੇ ਆ। ਮੈਂ ਥੋੜੇ ਸ਼ਬਦ ਤਾਂ ਕਰਕੇ ਵਰਤਦਾ ਕਿਉਂਕਿ ਹਾਲੇ ਸਮਾਂ ਪਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਉਦੋਂ ਤੱਕ ਅਸੀਂ ਫੇਰ ਨਾ ਉਹੋ ਜਿਹੇ ਹੋ ਜਾਈਏ ਸਾਡੀਆਂ ਤਾਂ ਵੋਟਾਂ ਐ ਨੂੰ ਜਾਂਦੀਆਂ ਹੁੰਦੀਆਂ, ਆਪਾਂ ਤਾਂ ਵੋਟਾਂ ਐ ਨੂੰ ਹੀ ਪਾਉਂਦੇ ਹੁੰਦੇ ਆ। ਇਸ ਕਰਕੇ ਜਿਵੇਂ ਅਸੀਂ ਹੁਣ ਜਾਗੇ ਆ, ਭਾਈ ਜਾਗਦੇ ਰਹੋ, ਜਿਹਨੂੰ ਮਰਜ਼ੀ ਵੋਟ ਪਾਇਓ, ਪਰ ਜਾਗ ਕੇ ਪਾਇਓ, ਉਦੋਂ ਸੌ ਨਾ ਜਾਇਓ। ਜੀ ਬਿਲਕੁਲ, ਤੁਸੀਂ ਆਪਣੇ, ਮੈਂ ਹਮੇਸ਼ਾ ਕਹਿੰਦੀ ਹੁੰਦੀ ਆ, ਆਪਣੇ ਬੱਚਿਆਂ ਵੱਲ ਨੂੰ ਵੇਖ ਕੇ ਉਹਨਾਂ ਦੇ ਭਵਿੱਖ ਬਾਰੇ ਚ ਸੋਚ ਕੇ ਵੋਟ ਪਾਇਓ, ਔਰ ਤੁਸੀਂ ਕਿਸੇ ਪਾਰਟੀ ਨੂੰ ਨਹੀਂ, ਬੰਦੇ ਨੂੰ ਵੇਖ ਕੇ ਵੋਟ ਪਾਇਓ ਕਿ ਬੰਦਾ ਜਿਹੜਾ ਹੈ ਉਹ ਵਾਕਈ ਤੁਹਾਡੇ ਕੰਮ ਕਰੇਗਾ, ਉਹ
ਵਾਕਈ ਇਮਾਨਦਾਰ ਹੈ, ਵਾਕਈ ਸਾਫ਼ ਅਕਸਦਾ ਹੈ, ਵਾਕਈ ਉਹ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਕਰਨ ਵਾਲਾ ਇਨਸਾਨ ਹੈ, ਤਾਂ ਫਿਰ ਉਹਨੂੰ ਵੋਟ ਪਾਓ, ਚਾਹੇ ਉਹ ਕਿਸੇ ਵੀ ਪਾਰਟੀ ਤੋਂ ਕੰਮ ਨਹੀਂ ਕਰਦਾ ਤੇ ਫਿਰ ਆਪਾਂ ਉਹ ਤੋਂ ਕੀ ਵਿੜੇਵੇ ਲੈਣੇ ਆ ਜੀ। ਬਹੁਤੀ ਵਾਰ ਆਪਾਂ ਕਰਾਉਣਾ ਕੀ ਉਹ ਤੋਂ ਫਿਰ? ਹਾਂ, ਕਿਉਂਕਿ ਬਹੁਤੀ ਵਾਰ ਅਸੀਂ ਸਿਰਫ ਇਸੇ ਗੱਲ ਨੂੰ ਵੋਟ ਪਾ ਜਾਂਦੇ ਆ ਵੀ ਸਾਡੇ ਦਾਦੇ ਪੜਦਾਦੇ, ਸਾਡੇ ਫਲਾਣੇ ਰਿਸ਼ਤੇਦਾਰ ਜਿਹੜੇ ਉਹ ਇਹਨਾਂ ਨੂੰ ਵੋਟ ਪਾਉਂਦੇ ਰਹੇ ਤਾਂ ਅਸੀਂ ਵੀ ਪਾਵਾਂਗੇ। ਆਪਾਂ ਕਿਸੇ ਇਹੋ ਜੀ ਗੱਲ ਦੇ ਮਗਰ ਨਾ ਲੱਗੀਏ। ਭਵਿੱਖ ਸਾਡਾ ਆਪੋ ਆਪਣਾ ਹੈ, ਉਹਦੇ ਚ ਕਿਸੇ ਰਿਸ਼ਤੇਦਾਰ, ਕਿਸੇ ਦਾਦੇ ਪੜਦਾਦੇ ਨੇ ਨਾਲ ਨਹੀਂ ਖੜਨਾ। ਤੁਹਾਡੀ ਆਪੋ ਆਪਣੀ ਜਿਹੜੀ ਕਹਿ ਲਓ ਭਵਿੱਖ ਦਾ ਜਿਹੜਾ ਫੈਸਲਾ ਹੈ ਉਹ ਤੁਸੀਂ ਆਪ ਕਰਨਾ ਹੈ। ਸੋ ਸੋਚ ਕੇ ਤਾਂ ਫਿਰ ਕਿਸੇ ਵੀ ਪਾਰਟੀ ਨੂੰ ਵੋਟ ਪਾਓ। ਬੇਨਤੀ ਹੈ ਵੀ ਝੋਲੀ ਚੱਕ ਬਣਨਾ ਬੰਦ ਕਰਗੇ ਵੀ ਆਪਾਂ ਤਾਂ ਉਹਦੇ ਪਿੱਛੇ ਨਾਰੇ ਲਾਉਣੇ ਹੀ ਲਾਉਣੇ ਆ, ਉਹਦੀ ਝੰਡੀ ਲੈ ਕੇ ਮੂਹਰੇ ਜਾਣਾ ਹੀ ਜਾਣਾ, ਉਹ ਆਪਣੇ ਥਾਣੇ ਦੇ ਵਿੱਚ ਕੰਮ ਕਰਵਾ ਦੂਗਾ। ਆਪਾਂ ਇਹੋ ਜਿਹੇ ਗਲਤ ਕੰਮ ਕਰਦੇ ਹੀ ਕਿਉਂ ਵੀ ਥਾਣੇ ਪਹੁੰਚ ਗਏ, ਤੇ ਜੇ ਥਾਣੇ ਨਾ ਪਹੁੰਚਾਂਗੇ ਤਾਂ ਫਿਰ ਇਹਨਾਂ ਦਾ ਫੋਨ ਕਰਵਾਉਣ ਦੀ ਲੋੜ ਵੀ ਨਹੀਂ ਪੈਣੀ। ਤੇ ਇੱਕ ਹੋਰ ਵੱਡੀ ਗੱਲ ਇਹ ਹੈ ਵੀ ਜਦੋਂ ਕਿਸੇ ਨਾਲ ਪੰਗਾ ਪੈਂਦਾ ਨਾ, ਦੋਵੇਂ ਧਿਰਾਂ ਉਸੇ ਥਾਣੇ 'ਚ ਗਈਆਂ ਹੁੰਦੀਆਂ ਤੇ ਦੋਵੇਂ ਧਿਰਾਂ ਦਾ ਫੋਨ ਉਸੇ ਨੇਤਾ ਦੇ ਵੱਲੋਂ ਹੀ ਆਇਆ ਹੁੰਦਾ। ਇਸ ਕਰਕੇ ਉਹਨੇ ਵੀ ਕਿਹਾ ਹੁੰਦਾ ਵੀ ਜਿਵੇਂ ਜੇ ਠੀਕ ਲੱਗਦਾ ਉਵੇਂ ਕਰ ਲਿਓ, ਉਦਾਂ ਆ ਆਪਣੇ ਬਾਹਲੇ ਨੇੜੇ ਆ, ਬਾਕੀ ਜਿਵੇਂ ਜੇ ਠੀਕ ਲੱਗੇ। ਜੀ ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਦੀਪ ਸਿੱਧੂ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਲੱਖੇ ਸਿਧਾਣੇ ਦੇ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨੇ ਸਮਝਾਉਣੀ ਦਿੱਤੀ ਆ ਸਾਰੇ ਹੀ ਕਿਸਾਨ ਆਗੂਆਂ ਨੂੰ ਵੀ ਆਪਾਂ ਸਾਰੇ ਇਕੱਠੇ ਹੋਈਏ। ਲਾਈਵ ਹੋ ਕੇ ਲੱਖੇ ਨੇ ਇਹ ਗੱਲ ਕਹੀ ਹੈ ਵੀ ਜਿਵੇਂ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਮਹਾਪੰਚਾਇਤਾਂ ਹੋ ਰਹੀਆਂ, ਪੰਜਾਬ ਦੇ ਵਿੱਚ ਵੀ ਉਵੇਂ ਇਕੱਠ ਹੋਣੇ ਚਾਹੀਦੇ ਆ। ਪੰਜਾਬ ਦੇ ਵਿੱਚ ਜਿਹੜੀ ਨੀਰਸਤਾ ਵੱਧ ਰਹੀ ਹੈ, ਇਹਨੂੰ ਖਤਮ ਕਰਨ ਦੀ ਲੋੜ ਹੈ। ਕਿਸਾਨ ਆਗੂਆਂ ਨੂੰ ਇੱਕ ਦੂਜੇ ਦੇ ਉੱਤੇ ਸ਼ਬਦਕ ਤੋਹਮਤ ਲਾਉਣ ਦੀ ਥਾਂ ਦੇ ਉੱਤੇ ਇਕੱਠੇ ਹੋ ਕੇ ਤੇ ਹਮਲਾ ਮਾਰਨਾ ਚਾਹੀਦਾ ਤੇ ਇਹ ਕਿਸਾਨ ਅੰਦੋਲਨ ਹੋਰਨਾਂ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ। ਤੇ ਪੰਜਾਬ ਦੇ ਕਿਸਾਨਾਂ ਨੇ ਹੀ ਇਹਦੀ ਸ਼ੁਰੂਆਤ ਕੀਤੀ ਹੈ ਤੇ ਇੱਥੇ ਹੀ ਹੱਥ ਦੇ ਵਿੱਚ ਰਹਿਣਾ ਚਾਹੀਦਾ। ਲੱਖੇ ਦੀਆਂ ਇਹ ਗੱਲਾਂ ਆਪਣੀ ਥਾਂ ਦੇ ਉੱਤੇ ਸਹੀ ਆ, ਪਰ ਪੁਲਿਸ ਹੋਰ ਹੀ ਗੱਲਾਂ ਕਹੀ ਜਾਂਦੀ ਆ। ਕੀ ਕਹਿੰਦੇ ਨੇ? ਪੁਲਿਸ ਕਹਿੰਦੀ ਵੀ ਦੀਪ ਸਿੱਧੂ ਆ ਜਿਹੜਾ, ਇਹਨੇ ਤਾਂ ਬਿਹਾਰ ਦੇ ਪੂਨੀਆ ਖੇਤਰ ਦੇ ਵੱਲ ਭੱਜ ਜਾਣਾ ਸੀ। ਅੱਛਾ। ਪਹਿਲਾਂ ਖਬਰ ਆਈ ਵੀ ਦੀਪ ਸਿੱਧੂ ਨੂੰ ਜ਼ੀਰਕਪੁਰ ਤੋਂ ਫੜਿਆ, ਫਿਰ ਪਤਾ ਲੱਗਾ ਜੀ ਕਿ ਹੁਣ ਤਾਂ ਕਰਨਾਲ ਬਾਈਪਾਸ ਤੋਂ ਫੜਿਆ। ਇੱਕ ਹੋਰ ਵੱਡੀ ਖਬਰ ਆਈ ਹੈ ਵੀ ਸਵੇਰ ਦੇ ਵੇਲੇ ਦੱਸਿਆ ਸੀਗਾ ਵੀ ਭਾਈ ਉਹਦੀ ਗ੍ਰਿਫਤਾਰੀ ਹੋ ਗਈ, ਪਰ ਫੜਿਆ ਤਾਂ ਪਿਛਲੀ ਰਾਤ ਨੂੰ ਸੀ, 10:30 11 ਵਜੇ ਦੇ ਕਰੀਬ। ਸੋ ਇਸ ਕਰਕੇ ਪੁਲਿਸ ਆ ਜਿਹੜੀ, ਉਹਦੀਆਂ ਕਈ ਗੱਲਾਂ ਨਵੀਆਂ ਸਾਹਮਣੇ ਆ ਰਹੀਆਂ। ਵਿੱਚ ਹੁਣ ਇਹ ਗੱਲ ਕਹਿ ਰਹੇ ਆ ਕਿ ਦੀਪ ਸਿੱਧੂ ਨੇ ਆਪਣੇ ਸਾਥੀਆਂ ਦੇ ਨਾਲ 26 ਤਰੀਕ ਤੋਂ ਪਹਿਲਾਂ ਮੀਟਿੰਗ ਕੀਤੀ। ਉਹਨੇ ਇਹ ਗੱਲ ਕਹੀ ਕਿ ਜਿਹੜਾ ਨਿਰਧਾਰਤ ਰੂਟ ਆ ਉਹਦੇ ਉੱਤੇ ਆਪਾਂ ਨਹੀਂ ਜਾਣਾ। ਜਿਹੜੇ ਵਲੰਟੀਅਰ ਲਾਏ ਹੈਗੇ ਆ ਉਸ ਟਰੈਕਟਰ ਪਰੇਡ ਦੇ ਲਈ, ਤੇ ਉਹਨਾਂ ਦੀਆਂ ਵਰਦੀਆਂ ਚੋਰੀ ਕਰਕੇ ਲਿਆਉਣੀਆਂ। ਜੀ, ਪੁਲਿਸ ਨੇ ਦੋਸ਼ ਲਗਾਏ ਨੇ ਦੀਪ ਸਿੱਧੂ ਦੇ ਉੱਪਰ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਸਮਰਥਕਾਂ ਨੂੰ ਕਿਹਾ ਕਿ ਵਲੰਟੀਅਰਸ ਦੀਆਂ ਜੈਕਟਸ ਚੋਰੀ ਕਰੋ ਤੇ ਉਹ ਤੁਸੀਂ ਪਾ ਲਿਓ। ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਦੀਪ ਸਿੱਧੂ ਨੇ ਆਪਣੇ ਸਮਰਥਕਾਂ ਨੂੰ ਕਿਹਾ ਵੀ ਕਿਸਾਨ ਨੇਤਾ ਜਿਹੜੇ ਉਹ ਬਹੁਤ ਜ਼ਿਆਦਾ ਨਰਮ ਪੈ ਰਹੇ ਨੇ ਤੇ ਆਪਾਂ ਨੂੰ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ। ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗਾਂ ਦੇ ਮੌਕੇ ਜਿਹੜੇ ਕਿਸਾਨ ਆਗੂ ਆ ਇਹ ਨਰਮ ਪੈ ਰਹੇ ਆ ਤੇ ਇਹਨਾਂ ਨੇ ਜਿਹੜੀ ਕੇਂਦਰ ਦੇ ਨਾਲ ਮਿੱਥੇ ਹੋਏ, ਦਿੱਲੀ ਦੀ ਪੁਲਿਸ ਦੇ ਨਾਲ ਮਿੱਥੇ ਹੋਏ ਰੂਟ ਦੇ ਉੱਤੇ ਪਰੇਡ ਦੀ ਗੱਲ ਮੰਨੀ ਆ। ਇਹ ਵੀ ਬਹੁਤ ਨਰਮਾਈ ਵਾਲੀ ਗੱਲ ਆ, ਆਪਾਂ ਨਰਮ ਨਹੀਂ ਰਹਿਣਾ ਜੀ। ਤੇ ਪੁਲਿਸ ਨੇ ਇਹ ਵੀ ਦੋਸ਼ ਲਗਾਏ ਨੇ ਕਿ ਉਹ ਕਹਿੰਦੇ ਕਿ ਇਹਨਾਂ ਦੀ ਕੋਸ਼ਿਸ਼ ਤਾਂ ਇੰਡੀਆ ਗੇਟ ਵੱਲ ਜਾਣ ਦੀ ਸੀ ਤੇ ਇਹਨਾਂ ਨੇ ਉਹਦੇ ਬਾਬਤ ਵੀ ਗੱਲਾਂ ਪਹਿਲਾਂ ਕੀਤੀਆਂ ਸੀ। ਬਿਲਕੁਲ ਜੀ। ਤੇ ਇੱਕ ਹੋਰ ਉਹਨਾਂ ਨੇ ਦੋਸ਼ ਲਾਇਆ ਹੈਗਾ, ਦੀਪ ਸਿੱਧੂ ਨੇ ਜੁਗਰਾਜ ਸਿੰਘ ਨੂੰ ਕਿਹਾ ਸੀਗਾ ਵੀ ਤੂੰ ਉੱਥੇ ਜਾ ਕੇ ਤੇ ਕੇਸਰੀ ਝੰਡਾ ਜਿਹੜਾ ਉਹ ਲਹਿਰਾਉਣਾ ਹੈਗਾ, ਨਿਸ਼ਾਨ ਸਾਹਿਬ ਉੱਥੇ ਲਾਉਣਾ। ਸੋ ਇਸ ਕਰਕੇ ਪਲੈਨਿੰਗ ਜਿਹੜੀ ਪਹਿਲਾਂ ਹੀ ਸਾਰੀ ਸੀ। ਦੇਖੋ, ਪੁਲਿਸ ਜਦੋਂ ਇਹੋ ਜਿਹੀਆਂ ਗੱਲਾਂ ਕਰਦੀ ਆ ਨਾ, ਉਹਦੇ ਉੱਤੇ ਬਹੁਤਾ ਯਕੀਨ ਕਰਨਾ ਜਾਂ ਨਹੀਂ ਕਰਨਾ ਇਹ ਸਾਡੀ ਆਪਣੀ ਮਰਜ਼ੀ ਆ। ਹੁਣ ਜਦੋਂ ਆਪ ਬੰਦੇ ਨੇ ਸਾਹਮਣੇ ਆ ਕੇ ਕੁਝ ਦੱਸ ਨਹੀਂ ਸਕਣਾ ਤੇ ਪੁਲਿਸ ਦੇ ਵੱਲੋਂ ਕੁਝ ਨਾ ਕੁਝ ਕਿਹਾ ਹੀ ਜਾਣਾ, ਇਸ ਕਰਕੇ ਇਹ ਸਾਰੀਆਂ ਗੱਲਾਂ ਕਈ ਵਾਰ ਸ਼ੱਕ ਦੇ ਖਾਤੇ ਦੇ ਵਿੱਚ ਪੈ ਜਾਂਦੀਆਂ। ਸੋ ਗੱਲ ਇਹ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਆ। ਕਈ ਲੋਕ ਇਹ ਗੱਲ ਕਹਿੰਦੇ ਆ ਵੀ ਇਸ ਵਕਤ ਕਿਸਾਨ ਆਗੂਆਂ ਨੂੰ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਕਈ ਲੋਕਾਂ ਦਾ ਇਹ ਕਹਿਣਾ ਕਿ ਦੀਪ ਸਿੱਧੂ ਤੇ ਕੁਝ ਕੁ ਲੋਕਾਂ ਨੇ ਗਲਤ ਕੀਤਾ, ਸੰਘਰਸ਼ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਦੇ ਆਪੋ ਆਪਣੇ ਵਿਚਾਰ ਆ, ਸਭ ਦਾ ਆਪੋ ਆਪਣਾ ਸਤਿਕਾਰ ਹੈ। ਉਸ ਤੋਂ ਅਗਲੀ ਗੱਲ ਇਹ ਵੀ ਰਾਕੇਸ਼ ਟਕੈਤ ਹੋਰਾਂ ਨੇ ਕੱਲ ਗੱਲ ਕਹੀ ਆ, ਉਹ ਕਹਿੰਦੇ ਵੀ ਗ੍ਰਿਫਤਾਰੀ ਬਿਲਕੁਲ ਸਹੀ ਆ। ਰੁਲਦੂ ਸਿੰਘ ਮਾਨਸਾ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਸਰਕਾਰ ਦੇ ਵੱਲੋਂ ਹੀ ਇਹ ਸਾਰਾ ਕੁਝ ਡਰਾਮੇ ਦੇ ਰੂਪ ਦੇ ਵਿੱਚ ਰਚਿਆ ਜਾ ਰਿਹਾ। ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਵਿਚਾਰ ਸਭ ਦੇ ਆਪੋ ਆਪਣੇ ਆ, ਪਰ ਵਕਤ ਬਿਆਨ ਕਰੂਗਾ ਸਾਰਾ ਕੁਝ। ਜਦੋਂ ਦੀਪ ਸਿੱਧੂ ਰਿਹਾ ਹੋ ਗਿਆ ਜਾਂ ਜਦੋਂ ਉਹਨੂੰ ਜ਼ਮਾਨਤ ਮਿਲ ਗਈ, ਜਿਹੜੇ ਵੀ ਮੋੜ ਦੇ ਉੱਤੇ ਮਿਲ ਗਈ, ਉਹਦੇ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ, ਨਿਗਾਹ ਇਸ ਗੱਲ ਤੇ ਟਿਕੀ ਰਹਿਣੀ ਜੀ। ਵੈਸੇ ਵੀ ਸਿਆਣੇ ਕਹਿੰਦੇ ਨੇ ਟਾਣਾ ਸਾਹਿਬ ਵੀ ਸੱਚ ਕਦੇ ਨਹੀਂ ਲੁਕਦਾ। ਸੋ ਇਹ ਸੱਚ ਵੀ ਜ਼ਰੂਰ ਬਾਹਰ ਆਏਗਾ, ਚਾਹੇ ਥੋੜਾ ਸਮਾਂ ਲੱਗ ਜਾਵੇ ਜਾਂ ਨਾ ਸਮਾਂ ਲੱਗੇ, ਤਾਂ ਵਕਤ ਬਿਆਨ ਕਰੇਗਾ ਵੀ ਕੀ ਹੁੰਦਾ ਕੀ ਨਹੀਂ, ਪਰ ਸੱਚ ਜ਼ਰੂਰ ਸਾਰਿਆਂ ਦੇ ਸਾਹਮਣੇ ਆਏਗਾ ਔਰ ਇਹ ਆਉਣਾ ਵੀ ਚਾਹੀਦਾ। ਤੇ ਬੇਨਤੀ ਇੱਕ ਹੱਥ ਜੋੜ ਕੇ ਫਿਰ ਇਹ ਆ ਕਿ ਸਾਰੇ ਕਿਸਾਨ ਆਗੂ ਇਕੱਠੇ ਰਹੋ, ਇੱਕ ਦੂਜੇ ਦੇ ਖਿਲਾਫ ਤੋਮਤਾਂ ਲਾਉਣੀਆਂ ਬੰਦ ਕਰ ਗਏ। ਸਾਡੇ ਬਾਰੇ ਇਹ ਗੱਲ ਕੇਂਦਰ ਦੇ ਮੰਤਰੀ ਵੀ ਜਾਣਦੇ ਆ
ਵੀ ਅਸੀਂ ਲਹਿਰ ਖੜੀ ਕਰ ਲੈਨੇ ਆ ਪਰ ਨਤੀਜੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਅਸੀਂ ਜੁੰਡੋ ਜੁੰਡੀ ਹੋ ਜਾਂਦੇ ਆ। ਅਸੀਂ ਇੱਕ ਦੂਜੇ ਦੇ ਖਿਲਾਫ ਲੜਾਈਆਂ ਲੜਨ ਲੱਗ ਪੈਨੇ ਆ। ਸਾਨੂੰ ਕਈ ਵਾਰ ਕੁਝ ਠੀਕ ਲੱਗਣ ਲੱਗ ਜਾਂਦਾ, ਕਈ ਵਾਰ ਕੋਈ ਗੱਲ ਚੰਗੀ ਲੱਗਣ ਲੱਗ ਜਾਂਦੀ ਆ। ਅਸੀਂ ਏਕੇ ਦੇ ਵਿੱਚ ਨਹੀਂ ਰਹਿੰਦੇ ਤੇ ਹੁਣ ਏਕੇ ਦੇ ਵਿੱਚ ਰਹਿਣ ਦੀ ਲੋੜ ਆ। ਇਹ ਨਾ ਹੋਵੇ ਸਾਰੀ ਦੀ ਸਾਰੀ ਗੱਲ ਸਾਡੇ ਹੱਥ ਦੇ ਵਿੱਚੋਂ ਖਿਸਕ ਜੇ। ਜੀ ਜੇ ਹੁਣ ਤੱਕ ਏਕਾ ਬਣਾ ਕੇ ਰੱਖਿਆ ਸੀ, ਜੇ ਹੁਣ ਤੱਕ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਵੀ ਉਹ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਬਿਲਕੁਲ ਸਹੀ। ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਕਾਦੀਆਂ ਟਾਣਾ ਸਾਹਿਬ? ਮੈਨੂੰ ਪਤਾ ਲੱਗਾ ਵੀ ਤੁਸੀਂ ਹੁਣ 100 ਰੁਪਏ ਦੇ ਵਿੱਚ ਟੈਂਕੀ ਭਰਵਾ ਲੈਨੇ ਪੈਟਰੋਲ ਦੀ, ਸਕੂਟਰੀ ਦੀ। ਕੀ ਹੋ ਗਿਆ ਤੁਹਾਨੂੰ? ਮੈਨੂੰ ਕੁਝ ਨਹੀਂ ਹੋਇਆ। ਉਹ ਜਿਹੜੀ ਅੱਗੇ ਹੈ ਨਾ 300 ਕੁਛ ਰੁਪਏ ਚ ਭਰਦੀ ਹੁੰਦੀ ਸੀ, ਹੁਣ ਉਹ 400 ਦੀ ਪੈਂਦੀ ਹੈ। ਕੋਈ ਗੱਲ ਨਹੀਂ। ਕਿਉਂ ਕੋਈ ਗੱਲ ਨਹੀਂ? ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡਾ ਵਿਕਾਸ ਹੋ ਰਿਹਾ। ਅੱਛਾ ਜੀ। ਡਿਜੀਟਲ ਭਾਰਤ ਆ, ਇਹ ਐਂ ਹੀ ਹੁੰਦਾ। ਟਾਣਾ ਸਾਹਿਬ ਮੈਨੂੰ ਥੋੜੀ ਜਿਹੀ ਕੁਰਬਾਨੀ ਦੇਣੀ ਪੈਂਦੀ ਹੈ ਦੇਸ਼ ਦੀ ਮਜ਼ਬੂਤੀ ਦੇ ਲਈ, ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ। ਕਿੱਥੇ ਕਿੱਥੇ ਕੁਰਬਾਨੀ ਦਿਆਂ? ਉੱਥੇ ਕਹਿੰਦੇ ਆ ਵੀ ਬਿਜਲੀ ਦਾ ਬਿੱਲ ਉਹ ਵੀ ਵੱਧ ਦੇਣਾ ਪੈਣਾ ਕਿਉਂਕਿ ਉਦੋਂ ਤੇ ਵੀ ਸੈਸ ਲੱਗਿਆ ਹੈ। ਕੋਈ ਗੱਲ ਨਹੀਂ, ਸੂਬੇ ਦੇ ਲਈ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਆਏ ਆ ਲੋਕ, ਦੇਣੀ ਤੁਹਾਨੂੰ ਪੈਣੀ ਹੈ ਕੁਰਬਾਨੀ। ਟਾਣਾ ਸਾਹਿਬ ਸਿਲੰਡਰ ਵੀ ਮਹਿੰਗਾ ਹੋ ਗਿਆ। ਫੇਰ ਕੀ ਹੋ ਗਿਆ? ਰੋਟੀ ਵੀ ਤਾਂ ਆਪਾਂ ਹੀ ਖਾਣੇ ਆ। ਨਹੀਂ ਤਾਂ ਮੇਰੀ ਇੱਕ ਬੇਨਤੀ ਆ, ਜੇ ਤੁਹਾਨੂੰ ਚੀਜ਼ਾਂ ਮਹਿੰਗੀਆਂ ਲੱਗਦੀਆਂ ਨਾ, ਕਿਸੇ ਵੀ ਇਸ ਪਾਰਟੀ ਦੇ ਨਾਲ ਸੰਬੰਧਿਤ ਕੇਂਦਰ ਦੀ ਸਰਕਾਰ ਦੀ ਹਮਾਇਤ ਕਰਨ ਵਾਲੇ ਸਾਥੀ ਦੀ ਮਦਦ ਲੈ ਲਓ। ਉਹਨਾਂ ਨੂੰ ਸਿਲੰਡਰ ਵੀ ਸਸਤਾ ਮਿਲਦਾ ਹੋਣਾ, ਉਹਨਾਂ ਨੂੰ ਪੈਟਰੋਲ ਵੀ ਸਸਤਾ ਮਿਲਦਾ ਹੋਣਾ, ਉਹਨਾਂ ਨੂੰ ਬਾਕੀ ਜਿਹੜਾ ਸਮਾਨ ਬਿਜਲੀ ਵੀ ਉਹਨਾਂ ਨੂੰ ਸਸਤੀ ਮਿਲਦੀ ਹੋਣੀ ਆ। ਏਦਾਂ ਕਿਸੇ ਦੀ ਮਦਦ ਲੈ ਲਈ ਦੀ ਆ। ਟਾਣਾ ਸਾਹਿਬ ਕੱਲ ਨਾ ਹੌਕਾ ਹੀ ਲੈ ਲਿਆ ਮੈਂ। ਮਤਲਬ ਕੁਝ ਵੀ ਹੋ ਸਕਦਾ ਸੀ ਕਿਉਂਕਿ ਮੈਂ ਸਵੇਰੇ ਟੈਂਕੀ ਫੁੱਲ ਕਰਾਈ ਆਪਣੀ ਐਕਟਿਵਾ ਦੀ। 88 ਰੁਪਏ ਤੇ ਕੁਝ ਪੈਸੇ ਦਾ ਤੇਲ ਪਿਆ ਉਹਦੇ ਚ ਪਰ ਲੀਟਰ। ਅੱਛਾ। ਹਾਂ, ਤੇ ਤੁਸੀਂ ਸੋਚੋ ਵੀ ਕੀ ਬੀਤ ਰਹੀ ਹੋਏਗੀ ਇੱਕ ਮਾਸੂਮ ਬੱਚੇ ਦੇ ਉੱਪਰ ਜਦੋਂ ਉਹਨੂੰ ਪਤਾ ਵੀ ਬਿਜਲੀ ਦਾ ਬਿੱਲ ਵੀ ਵੱਧ ਕੇ ਆਊਗਾ, ਪੈਟਰੋਲ ਵੀ ਮਹਿੰਗਾ ਹੋ ਗਿਆ। ਇਹਨਾਂ ਬੱਚਿਆਂ ਦੇ ਬਾਰੇ ਫਿਕਰ ਬੱਚਿਆਂ ਵਾਲੀ ਕਰ ਸਕਦੇ ਆ ਤੇ ਬਾਕੀਆਂ ਨੂੰ ਨਹੀਂ ਪਤਾ ਲੱਗਦਾਗਾ। ਇਹ ਵੀ ਗੱਲ ਮੰਨਣਯੋਗ ਆ। ਉਸ ਤੋਂ ਅਗਲੀ ਗੱਲ ਇਹ ਆ ਬਈ ਨਾ ਹੌਕਾ ਨਹੀਂ ਲੈਣਾ ਤੁਸੀਂ। ਤੁਹਾਡਾ ਹੌਕਾ ਕਿਸੇ ਦਾ ਸਤਿਆਨਾਸ਼ ਕਰ ਸਕਦਾ। ਕਹਿੰਦੇ ਹੁੰਦੇ ਵੀ ਹੌਕਾ ਨਹੀਂ ਲੈਣਾ ਚਾਹੀਦਾ ਲੰਮਾ। ਟਾਣਾ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਵੀ ਮੇਰਾ ਕਸੂਰ ਕੀ ਹੈ? ਇਨਕਮ ਟੈਕਸ ਮੈਂ ਦਿੰਨੀ ਆ, ਠੀਕ ਹੈ, ਜਿੰਨਾ ਵੀ ਬਣਦਾ ਸਰਦਾ ਜੋ ਵੀ ਹੋਵੇ ਇਨਕਮ ਟੈਕਸ। ਹਾਂ, ਤਿਲ ਫੁੱਲ ਹੀ ਆ ਹੱਲੇ, ਹਨਾ, ਉਹ ਵੀ ਆਪਾਂ ਦਿੰਨੇ ਆ, ਘਰ ਦੇ ਵੀ ਦਿੰਦੇ ਨੇ। ਉਸ ਤੋਂ ਬਾਅਦ ਆਪਾਂ ਜੋ ਵੀ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਵੀ ਚੱਲਦੇ ਆ। ਫਿਰ ਉਸ ਤੋਂ ਬਾਅਦ ਆਪਾਂ 1 ਨੰਬਰ ਦਾ ਕੰਮ ਕਰਦੇ ਆ। ਕੋਈ ਇਹ ਨਹੀਂ ਵੀ ਟੇਬਲ ਦੇ ਥੱਲੇੋਂ ਵੀ ਕੋਈ ਇਨਕਮ ਆਉਂਦੀ ਹੋਵੇ, 1 ਨੰਬਰ ਦਾ ਕੰਮ ਹੋ ਰਿਹਾ। ਸਾਰਾ ਕੁਝ ਉਸ ਹਿਸਾਬ ਨਾਲ ਕਰ ਰਹੇ। ਕਸੂਰ ਕੀ ਹੈ? ਕਿਉਂ? ਮੈਂ ਤੁਹਾਨੂੰ ਕਿਰਾਏ ਦਿੰਦਾ ਜੀ, ਤੁਸੀਂ ਵਿਜੇ ਮਾਲਿਆ ਦੀਆਂ ਜੀਵਨੀਆਂ ਪੜ੍ਹੋ। ਠੀਕ ਆ? ਅੱਛਾ ਜੀ। ਹਾਂ, ਫਿਰ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕੂਗਾ। ਕਰਜ਼ਾ ਮੇਰੇ ਸਿਰ ਤੇ ਵੀ ਹੈ, ਭਾਵੇਂ ਜਿੰਨਾ ਵੀ ਹੈ। ਮੁੜ ਕੇ ਆਪੇ ਬੈਂਕ ਵਾਲੇ ਤੁਹਾਨੂੰ ਪੁੱਛਦੇ ਰਹਿਣਗੇ। ਪਰ ਵੀ ਕਹਿਣ ਦਾ ਭਾਵ ਇਹ ਹੈ ਵੀ ਭਾਰਤ ਦੇ ਵਿੱਚ ਪੈਟਰੋਲ ਨੂੰ ਲੱਗੀ ਪਈ ਅੱਗ। ਤੇ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸਰਕਾਰ ਬਦਲ ਕੇ ਦੇਖੋ ਤੇ 35 ਰੁਪਏ ਲੀਟਰ ਮੇ ਆਏਗਾ ਪੈਟਰੋਲ, ਅੱਖ ਜੀ ਬੰਦ ਕਰਕੇ, ਤੇ ਉਹ ਹੁਣ ਲੱਭਦੇ ਵੀ ਨਹੀਂਗੇ ਜੀ। ਉਹ ਪਤਾ ਨਹੀਂ ਕਿੱਥੇ ਚਲੇ ਗਏ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜੇ ਉਹ ਆਪਣੇ ਸਾਰੇ ਆਹ ਕਰ ਸਕਦੇ, ਚੱਪਲਾਂ ਬਣਾਤੀਆਂ, ਸਿਮ ਬਣਾਤੇ, ਫਲਾਣ ਬਣਾਤਾ, ਢੀਂਗ ਬਣਾਤਾ, ਬੇਵਕੂਫੀ ਤਾਂ ਬਣਾਤੇ। ਹਾਂ, ਤੇ ਮਤਲਬ ਆਪਣੇ ਪੈਟਰੋਲ ਪੰਪ ਹੀ ਖੋਲ ਲੈਣ, ਉਹੀ ਦੇ ਦੇਣ 35 ਰੁਪਏ ਲੀਟਰ। ਸਾਨੂੰ ਕੋਈ ਸਮੱਸਿਆ ਨਹੀਂ ਆ, ਅਸੀਂ ਕੀ ਲੈਣਾ ਦੇਣਾ ਜੇ ਸਾਨੂੰ 35 ਰੁਪਏ ਮਿਲ ਜੇ ਤਾਂ। ਹੁਣ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ ਵੱਧ ਗਈ ਆ ਤੇ ਇਸ ਕਰਕੇ ਮਹਿੰਗਾ ਹੋ ਗਿਆ। ਪਹਿਲਾਂ ਕਹਿੰਦੇ ਸੀ ਵੀ ਘਟ ਗਈ ਆ ਤੇ ਇਸ ਕਰਕੇ ਮਹਿੰਗਾ ਹੋ ਗਿਆ। ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਨੂੰ ਫਾਇਦਾ ਕਿਹੜੀ ਗੱਲ ਦੇ ਵਿੱਚ ਆ, ਵਧੇ ਦੇ ਵਿੱਚ ਹੈ ਘਟੇ ਦੇ ਵਿੱਚ ਆ। ਅੰਤਰਰਾਸ਼ਟਰੀ ਬਾਜ਼ਾਰ ਵੇਖ ਕੇ ਆਈਏ, ਉਹਨਾਂ ਨੂੰ ਪੁੱਛਦੇ ਆ ਵੀ ਭਾਈ ਕੀ ਹਿਸਾਬ ਚੱਲ ਰਿਹਾ। ਥੋੜੀ ਬੈਰਲ ਦੇ ਵਿੱਚ ਤਾਂ ਨਹੀਂ ਕਿਤੇ ਕੋਈ ਨੁਕਸ? ਹਾਂ, ਕਿਤੇ ਬੈਰਲ ਚ ਮੋਰੀ ਤਾਂ ਨਹੀਂ ਹੋ ਗਈ, ਪੈਟਰੋਲ ਲੀਕ ਹੀ ਕਰੀ ਜਾ ਰਿਹਾ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ। ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਇਸੇ ਗੱਲ ਤੇ ਰੌਲਾ ਪਾਈ ਜਾਂਦਾ भी किसान तो आतंकी हैं, किसान तो गलत तरीके से बैठे हैं, किसानों के लिए तो हमने ये किया है, हमने वो किया है। कोई माई दा लाल ये नहीं गल कहंदा भी अख बंद करके असीं बैठे हुन्ने आ ਜਾਂ ਰਾਤ ਨੂੰ ਸੁੱਤੇ ਹੁੰਨੇ ਆ ਤੇ ਦਿਨ ਚੜ੍ਹਦੇ ਨੂੰ ਪਤਾ ਲੱਗਦਾ ਜੀ ਕਿ ਇੰਨੇ ਪੈਸੇ ਹੋਰ ਮਹਿੰਗਾ ਹੋ ਗਿਆ ਪੈਟਰੋਲ ਡੀਜ਼ਲ। ਹੁਣ ਪੰਜਾਬ ਦੇ ਵਿੱਚ ਵੀ ਮੇਰੇ ਖਿਆਲ 88-99 ਰੁਪਏ ਹੋ ਗਿਆ। ਮੈਂ ਵੀ ਕੱਲ ਪਵਾ ਕੇ ਲਿਆ ਤੇਲ 99 ਰੁਪਏ ਸੀਗਾ। ਅੱਛਾ ਜੀ। ਸੋ ਕਈ ਥਾਵਾਂ ਦੇ ਉੱਤੇ 93 ਰੁਪਏ ਲੀਟਰ ਹੋ ਗਿਆ। ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਪਰਸੋਂ ਮੈਂ ਪਵਾਇਆ ਤੇ 88 ਰੁਪਏ ਕੁਝ ਪੈਸੇ ਸੀ, ਤੁਸੀਂ 99 ਤੇ ਪਵਾ ਲਿਆ। ਹੁਣ ਕੱਲ ਪਰਸੋਂ ਜਾਵਾਂਗੇ ਤਾਂ ਪਤਾ ਹੀ ਨਹੀਂ ਕਿੰਨਾ ਵੱਧ ਗਿਆ ਹੋਣਾ। ਸੋ ਇਸ ਵੇਲੇ ਹਾਲਾਤ ਬਹੁਤ ਜ਼ਿਆਦਾ ਬੁਰੇ ਨੇ ਜੀ। ਤੁਸੀਂ ਜੇ ਮੈਂ ਗੰਗਾ ਨਗਰ ਦੀ ਗੱਲ ਕਰਾਂ ਤਾਂ ਗੰਗਾ ਨਗਰ ਦੇ ਵਿੱਚ 98 ਰੁਪਏ 10 ਪੈਸੇ ਪ੍ਰਤੀ ਲੀਟਰ ਪੈਟਰੋਲ, ਮਤਲਬ 100 ਨੂੰ ਹੀ ਟੁੱਕ ਗਿਆ। ਠੀਕ ਹੈ ਜੀ। ਤੇ ਜਿਹੜਾ ਡੀਜ਼ਲ ਹੈ ਉਹ 99 ਰੁਪਏ ਤੇ 73 ਪੈਸੇ, ਯਾਨੀ 90 ਲਾ ਲਓ ਵੀ, ਉਹ ਵੀ 90 ਰੁਪਏ ਨੂੰ ਹੋ ਗਿਆ ਡੀਜ਼ਲ ਵੀ। ਸੋ ਮੈਨੂੰ ਲੱਗਦਾ ਵੀ ਪੈਟਰੋਲ ਡੀਜ਼ਲ ਦੇ ਭਾਅ ਇੱਕੋ ਜਿਹੀ ਕਰਨ ਬਾਰੇ ਸੋਚ ਰਹੀ ਸਰਕਾਰ। ਇਹੋ ਜੀ ਜਿਹੜੀ ਇਹ ਗੱਲ ਕਵੇ ਕਿ ਅਸੀਂ ਆਪਦੇ ਹਿੱਸੇ ਦਾ ਟੈਕਸ ਮਾਫ ਕਰ ਦਿੰਨੇ ਆ, ਹੈ ਕੋਈ ਇਸ ਧਰਤੀ ਦੇ ਕਿਸੇ ਸੂਬੇ ਦੇ ਵਿੱਚ ਵਸਦਾ ਕੋਈ ਮੰਤਰੀ ਜਿਹੜਾ ਇਹ ਗੱਲ ਕਵੇ ਕਿ ਭਾਈ ਅਸੀਂ ਇਹਦੇ ਖਿਲਾਫ ਆ,
ਸਾਡੀ ਸਰਕਾਰ ਆ ਜਿਹੜੀ, ਜੇਕਰ ਇਹ ਟੈਕਸ ਨਹੀਂ ਘਟਾਉਂਦੀ ਤਾਂ ਮੈਂ ਅਸਤੀਫਾ ਦਿੰਦਾ। ਹੈ ਕਿਸੇ ਦੇ ਅੰਦਰ ਇਹੋ ਜੀ ਪੀੜ, ਕਿਸੇ ਦੇ ਅੰਦਰ ਵੀ ਨਹੀਂ। ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਟਾਣਾ ਸਾਹਿਬ, ਮੈਨੂੰ ਲੱਗਦਾ ਤੁਸੀਂ ਸ਼ਾਇਦ ਮੈਨੂੰ ਸਮਝਾ ਸਕੋ, ਹੋ ਸਕਦਾ ਮੇਰੇ ਨਹੀਂ ਪੱਲੇ ਪਈ ਇਹ ਗੱਲ ਵੀ। ਜਿਸ ਦਿਨ ਬਜਟ ਪੇਸ਼ ਹੋਇਆ ਸੀ ਉਸ ਦਿਨ ਨਿਰਮਲਾ ਸੀਤਾਰਮਨ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਅਸੀਂ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਰਹੇ ਹਾਂ, ਉਹਦੇ ਉੱਪਰ ਕ੍ਰਿਸ਼ੀ ਸੈਸ ਉਹਨਾਂ ਨੇ ਕਿਹਾ ਸੀ ਵੀ ਅਸੀਂ ਲਾ ਰਹੇ ਹਾਂ, ਤਾਂ ਇਹਦਾ ਜਿਹੜਾ ਬੋਝ ਆ ਆਮ ਜਨਤਾ ਦੀ ਜੇਬ ਦੇ ਉੱਪਰ ਨਹੀਂ ਪਊਗਾ, ਕਿਉਂਕਿ ਅਸੀਂ ਇਹਦੇ ਤੋਂ ਡਿਊਟੀ ਜਿਹੜੀ ਆ ਉਹ ਘਟਾ ਦੇਣੀ ਆ ਤੇ ਰੇਟ ਉੱਥੇ ਕੀ ਰਹਿ ਜਾਊਗਾ। ਤੇ ਫਿਰ ਰੇਟ ਕਿਉਂ ਵੱਧ ਰਿਹਾ? ਉਹ ਫਿਰ ਕ੍ਰਿਸ਼ੀ ਸੈਸ ਗਲਤ ਲਾ ਲਿਆ ਨਾ ਉਹਨਾਂ ਨੇ। ਇਹ ਉੱਥੇ ਹੀ ਜਿਹੜਾ ਰਹਿ ਜਾਊਗਾ ਨਾ, ਇਹ ਉੱਥੇ ਰਹਿੰਦਾ ਕੁਝ ਨਹੀਂ ਹੁੰਦਾਗਾ। ਉਹੀ ਤਾਂ ਮੈਂ ਹੈਰਾਨ ਆ ਵੀ ਇਹ ਪਤਾ ਨਹੀਂ ਸੁਣਨ 'ਚ ਮੈਨੂੰ ਗਲਤੀ ਹੋਈ ਹੈ। ਨਹੀਂ, ਤੁਹਾਨੂੰ ਸੁਣਨ 'ਚ ਨਹੀਂ ਗਲਤੀ ਹੋਈ, ਪੇਸ਼ਕਾਰੀਆਂ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ। ਉਹ ਨਾ ਜਿਵੇਂ ਹੁੰਦਾ ਵੀ ਐਡੀ ਮੋਟਾ ਕਿਤਾਬਚਾ ਜਿਹਾ ਹੁੰਦਾ, ਉਹਦੇ ਅਖੀਰ ਤੇ ਇੱਕ ਹੁੰਦਾ ਲਿਖਿਆ ਤਾਰਾ ਜਿਹਾ ਲਾ ਕੇ, ਟਰਮ ਐਂਡ ਕੰਡੀਸ਼ਨ ਅਪਲਾਈ। ਇਹ ਉਹ ਕੁਝ ਆ। ਅੱਛਾ, ਇਹ ਟਰਮ ਤੇ ਕੰਡੀਸ਼ਨ ਅਪਲਾਈ ਹੁੰਦੀ ਆ, ਨਿਯਮ ਤੇ ਸ਼ਰਤਾਂ ਲਾਗੂ ਹੋਰ ਹੀ ਕਰ ਜਾਂਦੇ ਆ। ਬਿਲਕੁਲ ਸਹੀ ਗੱਲ ਹੈ। ਜੱਜ ਦਾ ਵਿਚਾਰ। ਹਰਮਨ ਜੀ, ਜਿਹੜਾ ਉਹ ਕੰਨਾਂ ਦੇ ਵਿੱਚ ਲਾਉਂਦੇ ਹੁੰਦੇ ਆ ਉਹਨੂੰ ਈਅਰਪੌਡ ਕਹਿੰਦੇ ਕਿ ਏਅਰਪੌਡ? ਏਅਰਪੌਡ ਜਿਹੜਾ ਐਪਲ ਵਾਲੇ ਜਿਹੜੇ ਟਿੱਡੀ ਜੀ ਹੁੰਦੀ ਆ, ਐ ਕਦੇ ਚਲਾ ਲੈਂਦੇ ਆ ਬਿਨਾਂ ਤਾਰ ਤੋਂ, ਇਕੱਲੇ ਇੱਥੇ ਲਾ ਲਈਦੇ ਆ। ਉਹਦਾ ਕਈ ਵਾਰੀ ਪਤਾ ਨਹੀਂ ਲੱਗਦਾਗਾ ਵੀ ਬੰਦਾ ਕਿਹਦੇ ਨਾਲ ਗੱਲਾਂ ਕਰੀ ਜਾਂਦਾ। ਬੰਦਾ ਸੋਚਦਾ ਹੋਰ ਠੀਕ ਠਾਕ ਹੋ, ਅਗਲਾ ਕਹਿੰਦਾ ਪਰਸੋਂ ਆ ਜੀ, ਅਗਲਾ ਕਹਿੰਦਾ ਹੈ ਮੈਂ ਕੁਝ ਹੋਰ ਪੁੱਛਿਆ, ਇਹ ਠੀਕ ਆ। ਬਾਅਦ ਚ ਪਤਾ ਲੱਗਦਾ ਵੀ ਇੱਥੇ ਟਿੱਡੀ ਜੀ ਲਾਈ ਫਿਰਦਾ ਇਹ। ਉਹ ਕਹਿੰਦੇ ਵੀ ਪਹਿਲਾਂ ਚਾਰਜ ਚੂਰਜ ਕਰਨੀ ਪੈਂਦੀ ਆ, ਮੋਬਾਈਲ ਦੇ ਨਾਲ ਉਹਦਾ ਸੰਬੰਧ ਜੁੜ ਜਾਂਦਾ। ਡੱਬੀ ਆਉਂਦੀ ਆ ਨਾ, ਤੇ ਡੱਬੀ ਦੇ ਵਿੱਚ ਹੀ ਉਹ ਚਾਰਜ ਹੋ ਜਾਂਦੇ ਨੇ, ਤੇ ਬਲੂਟੁੱਥ ਰਾਹੀਂ ਉਹ ਤੁਹਾਡੇ ਫੋਨ ਦੇ ਨਾਲ ਕਨੈਕਟ ਹੋ ਜਾਂਦੇ ਆ, ਜੁੜ ਜਾਂਦੇ ਆ, ਤੇ ਫਿਰ ਤੁਸੀਂ ਗੱਲਾਂ ਮਾਰੀ ਜਾਓ। ਹਾਂ ਜੀ, ਪਰ ਇਹ ਚੀਜ਼ਾਂ ਜਿਹੜੀਆਂ, ਇਹ ਤਕਨੀਕ ਆ ਜਿਹੜੀ, ਇਹ ਗੱਲਾਂ ਸੁਣਨ ਤੇ ਕਰਨ ਦੇ ਲਈ ਆ, ਇਹ ਭੁੱਖ ਮਿਟਾਉਣ ਦੇ ਲਈ ਨਹੀਂ। ਮਤਲਬ ਜੇਕਰ ਤੁਸੀਂ ਇਹਨੂੰ ਖਾ ਜਾਓਗੇ, ਦੰਦੀਆਂ ਵੱਢ ਕੇ ਖਾ ਜਾਓਗੇ ਜਾਂ ਕੈਪਸੂਲ ਦੇ ਵਾਂਗੂ ਨਿਗਲ ਜਾਓਗੇ, ਤਾਂ ਫਿਰ ਇਹ ਤੁਹਾਨੂੰ ਤੰਗ ਕਰਦੇ ਆ। ਟਾਣਾ ਸਾਹਿਬ, ਇਹਨੂੰ ਕੌਣ ਨਿਗਲ ਸਕਦਾ? ਨਿਗਲ ਜਾਂਦਾ। ਕਈ ਲੋਕ ਕੱਟ ਖਾਈ ਜਾਂਦੇ ਆ, ਕਈ ਲੋਕ ਮਿੱਟੀ ਖਾਂਦੇ ਆ, ਦੇਸ਼ ਦੇ ਵਿੱਚ ਲੋਕ ਗੋਹਾ ਖਾਈ ਜਾਂਦੇ ਆ, ਬਹੁਤ ਕੁਝ ਚੱਲਦਾ। ਸਾਹਿਬ ਗੱਲ ਇਹ ਆ, ਮੈਨੂੰ ਲੱਗਦਾ ਤੁਸੀਂ ਉਹ ਨਿਊਯਾਰਕ ਵਾਲੀ ਖਬਰ ਕਰ ਰਹੇ ਹੋ, ਹਨਾ? ਉਹਦੀ ਗੱਲ ਹੀ ਕਰਦੇ ਹੋ ਨਾ। ਉਹ ਨਿਊਯਾਰਕ ਦੇ ਵਿੱਚ ਇੱਕ ਬੰਦਾ, ਮੈਂ ਵੀ ਪੜਿਆ, ਉਹ ਨਾ ਕਹਿੰਦੇ ਰਾਤ ਨੂੰ ਕਿਤੇ 에어ਪੋਰਟ ਲਗਾ ਕੇ ਹੀ ਸੌਂ ਗਿਆ, ਹਨਾ? ਤੇ ਕੋਈ ਗੱਲ-ਗੁਲ ਕਰਦਾ ਹੋਊਗਾ, ਉਸ ਤੋਂ ਬਾਅਦ ਇੱਕਦਮ ਉਹਨੂੰ ਪਤਾ ਹੀ ਨਹੀਂ ਲੱਗਿਆ, ਸੁੱਤੇ ਪਏ ਨੇ ਉਹਨੂੰ ਨਿਗਲ ਲਿਆ। ਸਵੇਰੇ ਕਿਤੇ ਐਂ ਜੇ ਕਰਦੇ ਕਰ ਗਿਆ, ਕਰ ਗਿਆ। ਤੇ ਉਸ ਤੋਂ ਬਾਅਦ ਨਾ ਸਵੇਰੇ ਉਹਦੀ ਛਾਤੀ 'ਚ ਬਹੁਤ ਜ਼ਿਆਦਾ ਦਰਦ ਹੋਈ, ਹਨਾ? ਉਹਨੂੰ ਲੱਗਾ ਵੀ ਲੈ ਵੀ ਭੰਬੜਾ ਭੂ ਹੋ ਗਿਆ, ਇਹ ਤਾਂ ਪਤਾ ਨਹੀਂ ਕਿਉਂ ਦਰਦ ਹੋਈ ਜਾਂਦੀ ਹੈ। ਡਾਕਟਰ ਕੋਲੇ ਗਿਆ ਤੇ ਡਾਕਟਰ ਕਹਿੰਦਾ ਵੀ ਕੁਛ ਦਿਖਦਾ ਹੈ ਤੇਰੇ ਇੱਥੇ, ਕੁਛ ਫਸਿਆ ਹੋਇਆ, ਹਨਾ? ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਹਾ ਤੇਰਾ ਤਾਂ ਆਪਰੇਸ਼ਨ ਕਰਨਾ ਪਊਗਾ। ਆਪਰੇਸ਼ਨ ਕੀਤਾ ਤੇ ਫਿਰ ਨਿਕਲੇ ਨੇ ਅੰਦਰੋਂ 에어ਪੋਰਟਸ। ਦੇਖੋ ਜੀ, ਜ਼ਿੰਦਗੀ ਬਚ ਗਈ ਆ, ਪਰ ਬੇਨਤੀ ਇਹ ਆ ਵੀ ਤੁਸੀਂ ਕੰਨ ਦੇ ਵਿੱਚੋਂ ਲਾ ਕੇ ਨਾ ਫੇਰ ਸੋਇਆ ਕਰੋ। ਇਹ ਜ਼ਰੂਰੀ ਨਹੀਂ ਵੀ ਤੁਸੀਂ ਗੱਲਾਂ ਕਰਦੇ ਨੇ, ਕਈ ਵਾਰੀ ਜਿਹੜੇ ਨਾ ਨੌਜਵਾਨ ਵਰਗ ਹੁੰਦਾ, ਉਹ ਮਿੱਠੀਆਂ ਗੱਲਾਂ ਬੁੱਕਾ ਬੱਗਾ ਜਾਂ ਕਰਦੇ ਐਂ ਸੌ ਜਾਂਦੇ ਆ। ਠੀਕ ਹੈ, ਇਸ ਕਰਕੇ ਭਾਈ ਇਹ ਗਲਤ ਗੱਲਾਂ ਆਪਦਾ ਫੋਨ ਕਰਕੇ, ਇਹਨੂੰ ਇੱਕ ਪਾਸੇ ਰੱਖ ਕੇ, ਇਹਨੂੰ ਬੰਦ ਕਰਕੇ ਜਾਂ ਇਹਨੂੰ ਸਾਇਲੈਂਟ ਕਰਕੇ। ਵੈਸੇ ਵੀ ਮੈਂ ਕੱਲ ਟਾਣਾ ਸਾਹਿਬ ਪੜਿਆ, ਇੱਕ ਵਿਗਿਆਨੀ ਨੇ ਰਿਸਰਚ ਕੀਤੀ ਹੈ, ਉਹ ਕਹਿੰਦੇ ਰਾਤ ਨੂੰ ਜਦੋਂ ਤੁਸੀਂ ਬੈੱਡ ਤੇ ਚਲੇ ਜਾਂਦੇ ਹੋ, ਇੱਕ ਤਾਂ ਆਪਣਾ ਫੋਨ ਜਿਹੜਾ 2 ਘੰਟੇ ਪਹਿਲਾਂ ਆਪਣੇ ਤੋਂ ਪਰੇ ਰੱਖ ਦਿਓ, ਕਿਤੇ ਦੂਰ, ਤੇ ਉਹ ਫੋਨ ਨੂੰ 2 ਘੰਟੇ ਪਹਿਲਾਂ ਸੌਣ ਤੋਂ ਤੁਸੀਂ ਨਹੀਂ ਦੇਖਣਾ। ਤੇ ਉਸ ਤੋਂ ਇਲਾਵਾ ਜੇਕਰ ਸੌਣ ਲੱਗਿਆ ਤੁਸੀਂ ਆਪਣੀਆਂ ਬੱਤੀਆਂ ਬੰਦ ਕਰਕੇ ਤੇ ਆਪਣੇ ਫੋਨ ਨੂੰ ਵੇਖਦੇ ਹੋ, ਤੇ ਜਿਹੜੀ ਫੋਨ ਦੀ ਲਾਈਟ ਆ ਉਹਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਦੇ ਉੱਪਰ ਬਹੁਤ ਮਾੜਾ ਅਸਰ ਹੁੰਦਾ ਹੈ, ਤੁਹਾਡੀ ਰੋਸ਼ਨੀ ਜਾ ਸਕਦੀ ਹੈ। ਤੇ ਦੂਜੀ ਗੱਲ ਇਹ ਹੈ ਭਾਈ ਕਿ ਚਲੋ ਇਹਦਾ ਤਾਂ ਸਰ ਗਿਆ ਆਹ 에어ਪੋਰਟ ਖਾਣ ਦੇ ਨਾਲ ਹੀ, ਜਿਹੜੇ ਸਾਡੇ ਦੇਸ਼ ਦੇ ਵੱਡੇ ਪੁਲ ਖਾ ਜਾਂਦੇ ਨੇਤਾ, ਜਿਹੜੇ ਇੱਥੇ ਪੈਨਸ਼ਨਾਂ ਖਾ ਜਾਂਦੇ ਗਰੀਬਾਂ ਦੀਆਂ, ਜਿਹੜੇ ਇੱਥੇ ਤਾਬੂਤ ਵੀ ਖਾ ਜਾਂਦੇ ਆ, ਜਿਹੜੇ ਇੱਥੇ ਸੜਕਾਂ ਖਾ ਗਏ ਆ, ਸ਼ਮਸ਼ਾਨ ਘਾਟ ਵੀ ਖਾ ਜਾਂਦੇ ਆ, ਸ਼ਮਸ਼ਾਨ ਘਾਟ ਵੀ ਖਾ ਗਏ ਆ, ਉਹਨਾਂ ਨੂੰ ਵੀ ਬੇਨਤੀ ਹੈ ਵੀ ਇੱਕ ਨਾ ਇੱਕ ਦਿਨ ਪੀੜ ਤੁਹਾਡੇ ਵੀ ਇੱਥੇ ਹੀ ਹੋਣੀ ਆ। ਹਾਂ, ਤੇ ਫਿਰ ਤਾਂ ਕਿਸੇ ਡਾਕਟਰ ਨੂੰ ਐਕਸ-ਰੇ 'ਚ, MRI 'ਚ, ਹੋਰ ਵੀ ਕਿਸੇ 'ਚ ਪਤਾ ਨਹੀਂ ਲੱਗਣਾ। ਤੁਹਾਡੇ ਵੱਲੋਂ ਖਾਧਾ ਗਿਆ ਉਹ ਦਿਸਣਾ ਕਿਤੇ ਨਹੀਂਗਾ ਜੀ, ਤੇ ਜਾਣਾ ਤੁਸੀਂ ਵੀ ਜਹਾਨੋਂ ਆ। ਬਿਲਕੁਲ, ਨਾ ਤਾਂ ਉਹ ਗੱਲਾਂ ਸੀਟੀ ਸਕੈਨ 'ਚ ਆਉਣੀਆਂ ਨੇ, ਨਾ MRI 'ਚ ਆਉਣੀਆਂ ਨੇ, ਨਾ ਐਕਸ-ਰੇ 'ਚ ਆਉਣੀਆਂ ਨੇ, ਫਿਰ ਡਾਕਟਰ ਨੂੰ ਵੀ ਨਹੀਂ ਸਮਝ ਲੱਗਣੀ ਹੋਇਆ ਕੀ ਹੈ। ਉਹ ਤਾਂ ਬਾਅਦ 'ਚ ਪਤਾ ਲੱਗੂ ਵੀ ਉਹਨੇ ਕੋਲ ਖਾਦਾ ਸੀ। ਇੰਨਾ ਚੰਗਾ ਕੰਮ ਕੀਤਾ, ਲਿਖਿਆ ਹੀ ਆਇਆ ਸੀ। ਟਾਣਾ ਸਾਹਿਬ, ਵਿਗਿਆਨ ਦੀਆਂ ਗੱਲਾਂ ਹੋ ਰਹੀਆਂ ਨੇ। ਬਿਲਕੁਲ ਸਹੀ ਗੱਲ ਹੈ, ਵਿਗਿਆਨ ਤਾਂ ਵਿਗਿਆਨ ਹੀ ਹੈ ਨਾ, ਫਿਰ ਵਿਗਿਆਨ ਐਂ ਹੀ ਹੁੰਦਾ। ਹਾਂ, ਦੱਸੋ। ਹਾਂ, ਹੋਰ ਦੱਸੋ। ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਯੂ ਆਰ। ਵਿਗਿਆਨ 'ਚ ਟਵਿੰਕਲ ਸਟਾਰ ਕਿੱਥੋਂ ਆ ਗਿਆ? ਮੇਰੀ ਮਰਜ਼ੀ, ਮੈਂ ਤਾਰਿਆਂ ਬਾਰੇ ਗੱਲਾਂ ਕਰੂੰਗਾ। ਤਾਰੇ ਵੀ ਵਿਗਿਆਨ ਨੇ ਸਾਨੂੰ ਦੱਸਿਆ। ਹੁਣ ਤੁਸੀਂ ਮਤਲਬ ਗਾਣਾ ਗਾਉਣ ਲੱਗ ਜਾਓ, ਤਾਰਿਆਂ ਦੇ ਦੇਸ਼ ਰਹਿਣ ਵਾਲੇ ਹੋ। ਹਾਂ, ਜਾਂ ਤਾਰਿਆਂ ਦੀ ਲੋਏ। ਹਾਂ, ਤੁਸੀਂ ਗਾਣੇ ਸੁਣਾਉਣ ਲੱਗ ਜਾਓ। ਨਹੀਂ, ਮੈਂ ਤਾਂ ਇਹ ਗੱਲ ਕਹਿਣਾ ਵੀ ਭਾਈ ਵਿਗਿਆਨ ਦੀਆਂ ਬਹੁਤ ਉੱਚੀਆਂ ਬਾਤਾਂ। ਅੱਛਾ ਜੀ। ਜਿੱਥੇ ਮਨੁੱਖ ਦੀ ਸੋਚ ਇਹ ਕਹਿੰਦੀ ਨਾ ਵੀ ਭਾਈ ਖਤਮ ਹੋ ਗਈ, ਵਿਗਿਆਨ ਉੱਥੋਂ ਸ਼ੁਰੂ ਹੋ ਜਾਂਦਾ। ਆਪਾਂ ਇੰਨੇ ਉੱਚੇ ਹੋ ਕੇ ਕਿਉਂ ਬਹਿ ਗਏ? ਵੈਸੇ ਹੀ ਮੈਨੂੰ ਵਿਗਿਆਨ ਦੇ ਉੱਤੇ ਮਾਣ ਹੀ ਬੜਾ।
ਮਾਣ ਕਰਨਾ ਚਾਹੀਦਾ ਹੈ, ਇੰਨਾ ਵੀ ਨਾ ਕਰੋ ਨਾ ਵੀ ਬੰਦਾ ਕੈਮਰੇ ਤੋਂ ਬਾਹਰ ਹੋ ਜਾਏ। ਥੋੜਾ ਜਿਹਾ ਸਹਿੰਦਾ ਜਿਹਾ ਮਾਣ ਹੋਣਾ ਚਾਹੀਦਾ ਹੈ। ਤੇ ਬਾਕੀ ਵਿਗਿਆਨ ਦੀ ਜਿਹੜੀ ਮੈਂ ਗੱਲ ਕਰ ਰਹੀ ਹਾਂ, ਤੁਹਾਨੂੰ ਪਤਾ ਵਿਗਿਆਨੀਆਂ ਨੇ ਸਮਾਰਟ ਕੰਟੈਕਟ ਲੈਂਸਸ ਬਣਾ ਦਿੱਤੇ ਨੇ। ਯਾਨੀ ਕਿ ਅੱਖ ਦੇ ਵਿੱਚ ਉਹ ਲੈਂਸ ਨੂੰ ਤੁਸੀਂ ਪਾਓ ਤੇ ਜਿਹੜੇ ਤੁਹਾਡੇ ਹੰਝੂ ਨੇ ਉਹਦੇ ਤੋਂ ਉਹ ਲੈਂਸ ਜਿਹੜੇ ਨੇ ਤੁਹਾਡੀ ਸ਼ੂਗਰ ਚੈੱਕ ਕਰ ਲੈਣਗੇ ਕਿ ਕਿੰਨੀ ਸ਼ੂਗਰ ਆ, ਤੁਹਾਡੇ ਦਿਲ ਦੀ ਬਿਮਾਰੀ ਤਾਂ ਨਹੀਂ ਆ ਕੋਈ, ਉਹ ਸਾਰਾ ਕੁਝ ਦੱਸੂਗੇ ਲੈਂਸ। ਇਹ ਲੈਂਸ ਉਹ ਜਿਹੜੇ ਬਾਜੀਗਰ ਫਿਲਮ ਵਿੱਚ ਪਾਏ ਸੀ ਸ਼ਾਹਰੁਖ ਖਾਨ ਨੇ? ਨਹੀਂ, ਉਹ ਤਾਂ ਦੂਜੇ ਹੁੰਦੇ ਨੇ ਨਾ ਲੈਂਸ। ਉਹ ਜਿਹੜਾ ਐ ਕਰ ਰਿਹਾ ਸੀ ਮੂੰਹ ਧੋਂਦਾ ਸੀਗਾ ਤੇ ਇੱਕ ਡਿੱਗ ਪਿਆ ਸੀਗਾ। ਲੈਂਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਟਾਣਾ ਸਾਹਿਬ, ਇੱਕ ਤਾਂ ਹੁੰਦੇ ਨੇ ਵੀ ਜਿਹੜੇ ਤੁਸੀਂ ਪਾ ਲਓ ਤੇ ਕੱਢ ਲਓ, ਹਨਾ, ਲਾ ਸਕਦੇ ਪਾ ਸਕਦੇ ਆ, ਇੱਕ ਅੱਖਾਂ ਦੇ ਅੰਦਰ ਹੀ ਫਿੱਟ ਹੋ ਜਾਂਦੇ ਨੇ। ਮੈਂ ਨਾ ਫਿਲਮ ਦੇਖੀ 2-3 ਵਾਰੀ, ਮੈਨੂੰ ਤਾਂ ਪੂਰਾ ਬਾਜੀਗਰ ਵਾਲੇ ਲੈਂਸ ਹੀ ਚਿੱਤੇ ਆ। ਮੇਰੇ ਇੱਕ ਦੋਸਤ ਦਾ ਬਾਪੂ ਜੀ ਪਵਾ ਕੇ ਲਿਆਏ ਲੈਂਸ, ਮੈਂ ਕਿਹਾ ਵੀ ਕਿਹੜੇ ਬਾਜੀਗਰ ਵਾਲੇ ਪਵਾਏ ਆ? ਬਾਪੂ ਜੀ ਨੇ ਭੈੜਾ ਜਿਹਾ ਨਹੀਂ ਵੇਖਿਆ ਤੁਹਾਡੇ ਵੱਲ ਨੂੰ ਵੀ ਇਹ ਗੱਲਾਂ ਕਿੱਦਾਂ ਦੀਆਂ ਕਰਦਾ? ਬਾਪੂ ਜੀ ਨੇ ਐਨਕ ਲਾਈ ਕਾਲੇ ਰੰਗ ਦੀ ਨਸੀਰੂ ਦੀ ਨਿਸ਼ਾਹ ਆਪਰੇਸ਼ਨ ਕਰਾਇਆ ਹੋਣਾ ਨਾ। ਹਾਂ, ਬਾਪੂ ਜੀ ਤੰਦਰੁਸਤ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਜੀ ਬਿਲਕੁਲ, ਉਹ ਸਾਰਿਆਂ ਨੂੰ ਲਾਉਣੀ ਪੈਂਦੀ ਹੈ ਕਿਉਂਕਿ ਫਿਰ ਕਹਿੰਦੇ ਵੀ ਮਿੱਟੀ ਤੇ ਜ਼ਿਆਦਾ ਰੌਸ਼ਨੀ ਅੱਖਾਂ 'ਚ ਨਹੀਂ ਜਾਣੀ ਚਾਹੀਦੀ ਜੀ। ਪਰ ਤੁਸੀਂ ਵੇਖੋ ਵੀ ਹੁਣ ਤਾਂ ਲੈਂਸ ਦੱਸਿਆ ਕਰੋਗੇ ਵੀ ਸ਼ੂਗਰ ਹੈਗੀ ਕਿ ਨਹੀਂ, ਤੁਹਾਡਾ ਦਿਲ ਠੀਕ ਕੰਮ ਕਰ ਰਿਹਾ ਜਾਂ ਨਹੀਂ, ਅਥਰੂਆਂ ਤੋਂ ਪਤਾ ਲੱਗ ਜੂ। ਵਿਗਿਆਨ ਤਾਂ ਵਿਗਿਆਨ ਹੀ, ਫਿਰ ਮੈਂ ਪਹਿਲਾਂ ਹੀ ਐਂ ਬੈਠਾ ਸੀ ਨਾ, ਮੈਨੂੰ ਪਤਾ ਸੀ ਵਿਗਿਆਨ ਐਂ ਕਰਦਾ ਹੁੰਦਾ। ਠੀਕ ਹੈ। ਉਹ ਕਹਿੰਦੇ ਵੀ ਇਹ 2 ਪਰਤਾਂ ਇਸ ਲੈਂਸ ਦਾ ਬੜਾ ਹੀ ਪਤਲਾ, ਇਹ ਤੇ ਲੈਂਸ ਪਤਲਾ ਹੀ ਹੁੰਦਾ ਨਾ, ਗੱਲ ਪੂਰੀ ਹੋ ਲੈਂਦੇ ਨਾ, ਇਹ ਉਹਦੇ ਤੋਂ ਵੀ ਪਤਲਾ, ਬਿਲਕੁਲ ਪੱਤ ਜਿਹਾ ਹੀ ਹੈ ਇਹ, ਪੱਤਾ ਵੀ ਨਹੀਂਗਾ। ਉਹਦੇ ਵਿਚਾਲੇ ਕਹਿੰਦੇ ਮਾਈਕਰੋ ਚਿਪ ਫਿੱਟ ਕੀਤੀ ਆ, ਇਹਦੇ ਵਿੱਚ ਹੋਰ ਤਾਰਾਂ ਤੂਰਾਂ ਪਾ ਕੇ ਨਾ ਉਹਨਾਂ ਨੇ, ਤੇ ਇਹਦਾ ਸਿੱਧਾ ਸੰਬੰਧ ਜੋੜਤਾ ਕੰਪਿਊਟਰ ਨਾਲ। ਕਹਿੰਦੇ ਵੀ ਜਦੋਂ ਅਥਰੂ ਡਿੱਗੂਗਾ, ਇਹ ਜ਼ੂਮ ਕਰਕੇ ਦੇਖਣਾ, ਜੇਕਰ ਤੁਸੀਂ ਕੁਛ ਤੇ ਕੁਛ ਵੀ ਕਰਨਾ, ਇਹ ਤੁਹਾਡਾ ਪਤਾ ਲੱਗ ਜਾਊਗਾ। ਤੇ 3-4 ਦੇਸ਼ਾਂ ਦੇ ਤਾਂ ਵਿਗਿਆਨੀ ਮਿਲੇ ਆ, ਇੱਕ ਅੱਧੇ ਤੋਂ ਗੱਲ ਨਹੀਂ ਸੀ ਬਣਨੀ। ਅੱਛਾ ਜੀ, ਇਹ ਵਿਗਿਆਨੀ 3-4 ਦੇਸ਼ਾਂ ਦੇ ਨਹੀਂ, 3 ਦੇ ਹੀ ਨੇ, ਇੱਕ USA, ਬ੍ਰਿਟੇਨ ਤੇ ਚਾਈਨਾ, ਇਹਨਾਂ ਨੇ ਮਿਲ ਕੇ ਤੇ ਇਹ ਸਾਰੀ ਜਿਹੜੀ ਖੋਜ ਆ ਉਹ ਕੀਤੀ ਹੈ। ਪਰ ਗੱਲ ਇਹ ਹੈ ਟਾਣਾ ਸਾਹਿਬ, ਵਿਗਿਆਨ ਚਾਹੇ ਜੋ ਮਰਜ਼ੀ ਕਰ ਲੈ, ਕੁਦਰਤੀ ਆ। ਤੁਹਾਨੂੰ ਪਤਾ ਸਾਡੀ ਜਿਹੜੀ ਅੱਖ ਆ ਹਨਾ, ਇਹਦੇ ਅੰਦਰ ਕਿੰਨਾ ਕੁਛ ਲੁਕਿਆ ਹੋਇਆ। ਜਦੋਂ ਅਸੀਂ ਕੈਮਰੇ ਦੇ ਨਾਲ ਕਿਸੇ ਵੀ ਚੀਜ਼ ਨੂੰ ਵੇਖਦੇ ਹਾਂ, ਸਾਨੂੰ ਉਹਨੂੰ ਫੋਕਸ ਕਰਨਾ ਪੈਂਦਾ, ਡੀਫੋਕਸ ਕਰਨਾ ਪੈਂਦਾ, ਹਨਾ, ਕਿੰਨੀਆਂ ਸਾਰੀਆਂ ਸੈਟਿੰਗਸ ਕਰਨੀਆਂ ਪੈਂਦੀਆਂ ਨੇ। ਪਰ ਇਨਸਾਨ ਦੀ ਅੱਖ ਇਹੋ ਜਿਹੀ ਹੈ ਵੀ ਚਾਹੇ ਹੁਣੇ ਤੁਸੀਂ ਨੇੜੇ ਵੇਖ ਰਹੇ ਹੋ ਤਾਂ ਹੁਣੇ ਦੂਰ ਵੇਖਣ ਲੱਗ ਜਾਓ ਤਾਂ ਕੋਈ ਵੀ ਸਮੱਸਿਆ ਨਹੀਂ ਆਉਂਦੀ, ਨਾਲ ਦੀ ਨਾਲ ਹੀ ਉਹਦੀ ਉਹ ਸੈਟਿੰਗ ਹੋ ਜਾਂਦੀ ਹੈ। ਕੁਦਰਤ ਆ ਬਈ, ਕੁਦਰਤੀ ਆ। ਪਰ ਮੈਂ ਵੀ ਪਰਸੋਂ ਇੱਕ ਖੋਜ ਕੀਤੀ ਆ, ਮੈਂ ਧੁੱਪ ਦੇ ਵੱਲ ਦੇਖਣ ਦੀ ਕੋਸ਼ਿਸ਼ ਕੀਤੀ, ਮੇਰੀਆਂ ਅੱਖਾਂ ਬੰਦ ਹੁੰਦੀਆਂ ਸੀ। ਇਹ ਸਾਰਿਆਂ ਨੂੰ ਹੁੰਦੀ ਹੋਗੀ ਮੇਰੇ ਖਿਆਲ ਸਮੱਸਿਆ ਇਹ। ਚੱਲਦੇ ਆ ਹੁਣ, ਜਦੋਂ ਆਪਾਂ ਧੁੱਪ ਦੇ ਵੱਲ ਦੇਖਦੇ ਆ ਨਾ, ਅੱਖਾਂ ਐਂ ਜਿਹੀ ਹੋ ਜਾਂਦੀਆਂ। ਟਾਣਾ ਸਾਹਿਬ ਹੁਣ ਸਿਆਣਪ ਓਵਰਲੋਡਡ ਹੋ ਗਈ, ਆਪਾਂ ਚੱਲਦੇ ਹੀ ਆ। ਚੱਲ ਗਏ, ਜ਼ਿਆਦਾ ਚੰਗਾ। ਇਹ ਤੋਂ ਪਹਿਲਾਂ ਕਿ ਉਹ ਆ ਕੇ ਕਹਿਣ ਵੀ ਉੱਠਦੇ ਕੇ ਉਠਾਈਏ, ਆਪਾਂ ਚੱਲਦੇ ਹੀ ਆ, ਆਪਣੇ ਆਪ ਜਾਣਾ ਠੀਕ ਹੈ। ਅਸੀਂ ਚੱਲਦੇ ਆ ਜੀ, ਪ੍ਰੋਗਰਾਮ ਸਮੇਟਦੇ ਆ। ਆਪਣੀ ਜ਼ਰੂਰ ਪ੍ਰਤੀਕਿਰਿਆ ਸਾਡੇ ਤਾਈਂ ਪਹੁੰਚਾਇਓ ਤੇ ਕੱਲ ਨੂੰ ਫਿਰ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।